ਨਵੇਂ ਸਾਲ ਪੂਰਬ ਦੀ ਸ਼ਾਮ ਤੇ ਲੋਕੀ ਇੱਧਰ-ਉੱਧਰ ਘੁੰਮ ਕੇ ਨਵਾਂ ਸਾਲ ਮਨਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਡਰਾਵਨੇ, ਬੁੱਢੇ, ਅਜੀਬ ਵਿਖਣ ਵਾਲੇ ਮਿਸਟਰ ਸਕਰੂਜ ਆਪਣੇ ਆਫਿਸ ਦੀ ਬਾਰੀ ਤੋਂ ਬਾਹਰ ਵੇਖ ਰਹੇ ਸੀ। ਕੀ ਬਕਵਾਸ ਹੈ, ਇੰਨੀ ਠੰਡ ਵਿੱਚ ਲੋਕ ਘੁੰਮ ਰਹੇ ਨੇ। ਮੈਨੂੰ ਨਵੇਂ ਸਾਲ ਤੋਂ ਨਫ਼ਰਤ ਹੈ। ਮਿਸਟਰ ਸਕਰੂਜ ਆਪਣੀ ਮੇਜ਼ ਤੇ ਬਹਿ ਕੇ ਉਹਨਾਂ ਸਾਰੇ ਲੋਕਾਂ ਦੀ ਲਿਸਟ ਚੈੱਕ ਕਰ ਰਹੇ ਸੀ ਜਿਨ੍ਹਾਂ ਤੋਂ ਉਹਨਾਂ ਨੂੰ ਪੈਸੇ ਮਿਲਦੇ ਸੀ। ਝੱਕਦੇ ਹੋਏ ਉਹਨਾਂ ਦਾ ਸਹਾਇਕ ਉੱਥੇ ਆਇਆ ਤੇ ਉਹਨਾਂ ਨੂੰ ਪੁੱਛਿਆ, ਕੀ ਇਹ ਹੋ ਸਕਦਾ ਹੈ ਕਿ ਮੈਂ ਅੱਜ ਛੇਤੀ ਚਲਾ ਜਾਵਾਂ? ਤੁਹਾਨੂੰ ਤਾਂ ਪਤਾ ਹੀ ਕਿ ਨਵਾਂ ਸਾਲ ਆ ਰਿਹਾ ਹੈ ਤੇ ਮੈਂ ਆਪਣੇ ਪੁੱਤਰ ਵਾਸਤੇ ਤੋਹਫਾ ਲੈਣਾ ਹੈ। ਬਿਲਕੁਲ ਨਹੀਂ ਜਾ ਸਕਦੇ। ਉਪਹਾਰ ਲੈਣਾ ਹੈ। ਜਾਓ ਜਾ ਕੇ ਕੰਮ ਕਰੋ। ਤੇ ਅੱਜ ਆਖਰੀ ਦਿਨ ਹੈ, ਕਿਉਂ? ਤੁਹਾਨੂੰ ਪਹਿਲੇ ਖਰੀਦ ਲੈਣਾ ਚਾਹੀਦਾ ਸੀ। ਬੜੀ ਉਦਾਸੀ ਦੇ ਨਾਲ ਉਹਨਾਂ ਦਾ ਸਹਾਇਕ ਕੰਮ ਤੇ ਵਾਪਸ ਆ ਗਿਆ। ਉਸੇ ਪਲ ਦਰਵਾਜ਼ਾ ਖੜਕਿਆ। ਉਹਨਾਂ ਦੀ ਤਰ੍ਹਾਂ ਅਜੀਬ ਵਿਖਣ ਵਾਲਾ ਕੁੱਤਾ ਦਰਵਾਜ਼ੇ ਤੇ ਭੌਂਕ ਰਿਹਾ ਸੀ। ਮਿਸਟਰ ਸਕਰੂਜ ਦੇ ਸਹਾਇਕ ਨੇ ਦਰਵਾਜ਼ਾ ਖੋਲ੍ਹਿਆ। ਉਹਨਾਂ ਦੇ ਜਵਾਨ ਭਤੀਜੇ ਉਹਨਾਂ ਨੂੰ ਮਿਲਣ ਆਏ ਸੀ। ਉਹਨਾਂ ਨੇ ਉਹਨਾਂ ਨੂੰ ਨਵੇਂ ਸਾਲ ਦੇ ਡਿਨਰ ਦੇ ਲਈ ਬੁਲਾਵਾ ਦਿੱਤਾ, ਪਰ ਮਿਸਟਰ ਸਕਰੂਜ ਨੂੰ ਨਵਾਂ ਸਾਲ ਮਨਾਉਣਾ ਪਸੰਦ ਨਹੀਂ ਸੀ ਅਤੇ ਉਹਨਾਂ ਨੂੰ ਇਹ ਸਭ ਬਕਵਾਸ ਲੱਗਦਾ ਸੀ। ਇਸ ਲਈ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਉਹਨਾਂ ਨੇ ਮਨਾ ਕਰ ਦਿੱਤਾ। ਉਹਨਾਂ ਦੇ ਭਤੀਜੇ ਦੇ ਚਲੇ ਜਾਣ ਦੇ ਬਾਅਦ ਉਹਨਾਂ ਦਾ ਦਰਵਾਜ਼ਾ ਫਿਰ ਤੋਂ ਖੜਕਿਆ। ਓਹ, ਹੁਣ ਕੀ ਹੈ? ਮੈਨੂੰ ਕੱਲਾ ਛੱਡ ਦੇ, ਮੈਨੂੰ ਕੰਮ ਕਰਨਾ ਹੈ। ਇਸ ਵਾਰ 2 ਲੋਕ ਅੰਦਰ ਆਏ ਤੇ ਉਹਨਾਂ ਨੇ ਪੁੱਛਿਆ ਕਿ ਕੀ ਉਹ ਅਨਾਥਾਂ ਨੂੰ ਕੁਝ ਪੈਸੇ ਦਾਨ ਕਰ ਸਕਦੇ ਨੇ। ਮਿਸਟਰ ਸਕਰੂਜ ਨੇ ਉਹਨਾਂ ਨੂੰ ਪੈਸੇ ਦੇਣ ਤੋਂ ਮਨਾ ਕਰ ਦਿੱਤਾ। ਜਾਓ ਇੱਥੋਂ, ਜਾਓ, ਦੂਜੇ ਦਰਵਾਜ਼ੇ ਤੇ ਜਾਓ। ਮੇਰੇ ਕੋਲ ਸੜਕਾਂ ਤੇ ਸੁੱਟਣ ਦੇ ਲਈ ਪੈਸੇ ਨਹੀਂ ਨੇ। ਨਿਰਾਸ਼ ਹੋ ਕੇ ਉਹ ਲੋਕੀ ਵੀ ਚਲੇ ਗਏ। ਸ਼ਾਮ ਨੂੰ ਮਿਸਟਰ ਸਕਰੂਜ ਘਰ ਚਲੇ ਗਏ। ਉਹਨਾਂ ਨੇ ਪਜਾਮਾ ਪਾਇਆ ਤੇ ਸੋਫੇ ਤੇ ਬਹਿ ਗਏ ਤੇ ਉਸੇ ਪਲ ਕੁਝ ਅਜੀਬ ਜਿਹੀਆਂ ਚੀਜ਼ਾਂ ਹੋਣ ਲੱਗੀਆਂ। ਬੂਹੇ ਬਾਰੀਆਂ ਆਪਣੇ ਆਪ ਖੁੱਲਣ ਬੰਦ ਹੋਣ ਲੱਗੇ। ਦਰਵਾਜ਼ੇ ਤੋਂ ਡਰਾਵਨੀ ਆਵਾਜ਼ਾਂ ਆਉਣ ਲੱਗੀਆਂ। ਚਾਰੋਂ ਪਾਸੇ ਅਜੀਬ ਆਵਾਜ਼ਾਂ ਘੁੰਮਣ ਲੱਗੀਆਂ। ਕੁੱਤੇ ਨੇ ਫਿਰ ਤੋਂ ਇੱਕ ਵਾਰ ਭੌਂਕਣਾ ਸ਼ੁਰੂ ਕਰ ਦਿੱਤਾ। ਮਿਸਟਰ ਸਕਰੂਜ ਨੇ ਪਹਿਲਾਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ, ਪਰ ਅਚਾਨਕ ਉਹਨਾਂ ਨੂੰ ਆਪਣੇ ਸਾਹਮਣੇ ਇੱਕ ਭੂਤ ਨਜ਼ਰ ਆਇਆ। ਮਿਸਟਰ ਸਕਰੂਜ ਆਪਣੀ ਪੂਰੀ ਜ਼ਿੰਦਗੀ ਵਿੱਚ ਕਦੇ ਇੰਨਾ ਨਹੀਂ ਡਰੇ ਸੀ। ਭੂਤ ਉਹਨਾਂ ਦਾ ਇੱਕ ਆਫਿਸ ਦਾ ਦੋਸਤ ਸੀ ਜਿਸ ਦੀ ਹੁਣੇ-ਹੁਣੇ ਮੌਤ ਹੋਈ ਸੀ। ਬੜੀ ਮੁਸ਼ਕਲ ਨਾਲ ਮਿਸਟਰ ਸਕਰੂਜ ਬੋਲੇ, ਤੂੰ? ਪਰ ਇਹ ਕਿਵੇਂ ਹੋ ਸਕਦਾ ਹੈ? ਤੂੰ ਤਾਂ ਮਰ ਚੁੱਕਿਆ ਹੈ। ਚਲ ਜਾ ਇੱਥੋਂ, ਚਲ ਜਾ ਇੱਥੋਂ। ਮੈਨੂੰ ਕੱਲਾ ਛੱਡ ਦੇ। ਮੈਂ ਕੁਝ ਨਹੀਂ ਕੀਤਾ। ਭੂਤ ਦੇ ਹੱਥ ਤੇ ਪੈਰ ਹੱਥਕੜੀ ਨਾਲ ਬੰਨੇ ਹੋਏ ਸੀ। ਉਹਨੇ ਮਿਸਟਰ ਸਕਰੂਜ ਨੂੰ ਦੱਸਿਆ ਕਿ ਉਸ ਦੇ ਸਵਾਰਥ ਤੇ ਲਾਲਚ ਦੀ ਵਜ੍ਹਾ ਨਾਲ ਉਹਨੂੰ ਦੰਡ ਮਿਲਿਆ ਤੇ ਉਹਨੂੰ ਹੱਥਕੜੀ ਸਮੇਤ ਹੀ ਪੂਰੀ ਦੁਨੀਆ ਵਿੱਚ ਘੁੰਮਣਾ ਹੈ। ਇਸ ਕਰਕੇ ਉਹਨੇ ਮਿਸਟਰ ਸਕਰੂਜ ਨੂੰ ਚੇਤਾਵਨੀ ਦਿੱਤੀ ਕਿ ਉਹ ਅਜਿਹੀ ਗਲਤੀ ਨਾ ਕਰੇ। ਤੂੰ ਜਾ ਅਤੇ ਮੈਨੂੰ ਨਸੀਹਤ ਨਾ ਦੇ। ਤੂੰ ਮਰ ਚੁੱਕਿਆ ਹੈ। ਆਪਣੀ ਸਜ਼ਾ ਭੁਗਤ। ਠੀਕ ਹੈ ਤਾਂ ਫੇਰ ਸਿਰਫ ਤੈਨੂੰ ਚੇਤਾਵਨੀ ਦੇਣੀ ਸੀ। ਹੁਣ 3 ਭੂਤ ਤੈਨੂੰ ਮਿਲਣ ਆਉਣਗੇ। ਉਹਨਾਂ ਵਿੱਚੋਂ ਇੱਕ ਤੇਰਾ ਤੈਨੂੰ ਅਤੀਤ ਵਿਖਾਵੇਗਾ, ਦੂਜਾ ਵਰਤਮਾਨ ਅਤੇ ਆਖਰੀ ਭੂਤ ਤੈਨੂੰ ਤੇਰਾ ਭਵਿੱਖ ਦਾ ਜੀਵਨ ਵਿਖਾਵੇਗਾ। ਮਿਸਟਰ ਸਕਰੂਜ ਨੇ ਇੰਝ ਜਤਾਇਆ ਜਿਵੇਂ ਕੁਝ ਵੀ ਨਾ ਹੋਇਆ ਹੋਵੇ ਤੇ ਉਹ ਬਿਸਤਰ ਤੇ ਸੌਣ ਦੇ ਲਈ ਚਲੇ ਗਏ। ਤਦੇ ਹੀ ਉਹਨਾਂ ਨੂੰ ਇੱਕ ਰੌਸ਼ਨੀ ਨਜ਼ਰ ਆਈ। ਜਿਵੇਂ ਹੀ ਮਿਸਟਰ ਸਕਰੂਜ ਨੇ ਅੱਖਾਂ ਖੋਲ੍ਹੀਆਂ, ਉਹਨਾਂ ਨੂੰ ਇੱਕ ਬੱਚੇ ਦਾ ਭੂਤ ਨਜ਼ਰ ਆਇਆ। ਇਹ ਪਿਛਲੇ ਸਾਲਾਂ ਦੇ ਨਵੇਂ ਸਾਲ ਦਾ ਭੂਤ ਸੀ। ਮਿਸਟਰ ਸਕਰੂਜ ਹੈਰਾਨ ਹੋ ਗਏ। ਹਾਏ, ਹੁਣ ਅਸੀਂ ਅਤੀਤ ਦਾ ਨਿੱਕਾ ਜਿਹਾ ਸਫ਼ਰ ਕਰਾਂਗੇ। ਇਹ ਕੀ ਹੋ ਰਿਹਾ ਹੈ? ਕੋਈ ਮੇਰੀ ਮਦਦ ਕਰੋ। ਭੂਤ ਮਿਸਟਰ ਸਕਰੂਜ ਨੂੰ ਉਹਨਾਂ ਦੇ ਬਚਪਨ ਵਿੱਚ ਲੈ ਗਿਆ ਅਤੇ ਉੱਥੇ ਮਿਸਟਰ ਸਕਰੂਜ ਇੱਕ ਬੱਚੇ ਦੇ ਰੂਪ ਵਿੱਚ ਸੀ। ਸਕੂਲ ਵਿੱਚ ਆਪਣੇ ਦੋਸਤਾਂ ਦੇ ਨਾਲ ਕ੍ਰਿਸਮਸ ਟਰੀ ਸਜਾ ਰਹੇ ਸੀ। ਬੱਚਿਆਂ ਨੂੰ ਬਹੁਤ ਮਜ਼ਾ ਆ ਰਿਹਾ ਸੀ। ਮਿਸਟਰ ਸਕਰੂਜ ਵੀ ਬਹੁਤ ਖੁਸ਼ ਸੀ। ਬਾਅਦ ਵਿੱਚ ਭੂਤ ਉਹਨਾਂ ਨੂੰ ਉਹਨਾਂ ਦੇ ਪਹਿਲੇ ਮਾਲਕ ਦੇ ਘਰ ਲੈ ਗਿਆ ਜਦੋਂ ਉਹ ਜਵਾਨ ਸੀ। ਸਾਰੇ ਆਪਣੇ ਮਾਲਕ ਤੇ ਉਹਨਾਂ ਦੇ ਪਰਿਵਾਰ ਦੇ ਨਾਲ
ਬਹੁਤ ਚੰਗਾ ਸਮਾਂ ਗੁਜ਼ਾਰ ਰਹੇ ਸੀ। ਮਿਸਟਰ ਸਕਰੂਜ ਦੀ ਘਰਵਾਲੀ ਵੀ ਉੱਥੇ ਹੀ ਸੀ। ਉਹ ਇਕੱਠੇ ਨੱਚ ਰਹੇ ਸੀ, ਖੂਬ ਮਜ਼ੇ ਕਰ ਰਹੇ ਸੀ। ਤੇ ਆਖਰ ਵਿੱਚ ਭੂਤ ਉਹਨਾਂ ਨੂੰ ਇੱਕ ਹੋਰ ਨਵੇਂ ਸਾਲ ਦੀ ਪੂਰਵ ਸੰਧਿਆ ਤੇ ਲੈ ਗਿਆ, ਜੋ ਅਤੀਤ ਵਿੱਚ ਸੀ, ਪਰ ਉਹਨਾਂ ਦਾ ਬਾਅਦ ਦਾ ਅਤੀਤ। ਉਹਨਾਂ ਦੀ ਘਰਵਾਲੀ ਰੋ ਰਹੀ ਸੀ। ਇਸ ਤੋਂ ਪਹਿਲਾਂ ਅਸੀਂ ਕਿੰਨੇ ਮਜ਼ੇ ਕਰਦੇ ਸੀ, ਤੁਸੀਂ ਮੇਰਾ ਕਿੰਨਾ ਖਿਆਲ ਰੱਖਦੇ ਸੀ, ਮੈਨੂੰ ਪਿਆਰ ਕਰਦੇ ਸੀ, ਪਰ ਹੁਣ ਤੁਹਾਨੂੰ ਸਿਰਫ ਪੈਸਿਆਂ ਨਾਲ ਪਿਆਰ ਹੈ। ਮੇਰੀ ਤੁਹਾਡੀ ਜ਼ਿੰਦਗੀ ਵਿੱਚ ਕੋਈ ਜਗ੍ਹਾ ਨਹੀਂ ਹੈ। ਇਹਨੂੰ ਹੋਰ ਜ਼ਿਆਦਾ ਨਾ ਵੇਖ ਸਕਣ ਕਰਕੇ ਮਿਸਟਰ ਸਕਰੂਜ ਨੇ ਭੂਤ ਨੂੰ ਵਾਪਸ ਲਿਜਾਣ ਦੇ ਲਈ ਕਿਹਾ। ਤੇ ਅਚਾਨਕ ਉਹ ਘਰ ਵਿੱਚ ਸੀ। ਇਸ ਵਾਰ ਇੱਕ ਵੱਡੇ ਹਰੇ ਰੰਗ ਦਾ ਭੂਤ ਉਹਨਾਂ ਦੇ ਸਾਹਮਣੇ ਪ੍ਰਗਟ ਹੋਇਆ। ਹੁਣ ਮਿਸਟਰ ਸਕਰੂਜ ਹੋਰ ਵੀ ਜ਼ਿਆਦਾ ਘਬਰਾ ਗਏ। ਇਹ ਇਸ ਨਵੇਂ ਸਾਲ ਦਾ ਭੂਤ ਸੀ। ਆਓ ਮੇਰੇ ਨਾਲ ਵੇਖਦੇ ਹਾਂ ਇਸ ਨਵੇਂ ਸਾਲ ਵਿੱਚ ਕੀ ਹੋ ਰਿਹਾ ਹੈ। ਇਸ ਤੋਂ ਪਹਿਲਾਂ ਕਿ ਉਹ ਕੁਝ ਕਹਿੰਦੇ, ਉਹਨਾਂ ਨੇ ਆਪਣੇ ਆਪ ਨੂੰ ਆਪਣੇ ਸਹਾਇਕ ਦੇ ਘਰ ਵਿੱਚ ਵੇਖਿਆ। ਉਹਨਾਂ ਦੇ ਗਰੀਬ ਸਹਾਇਕ ਦੇ ਘਰ ਵਿੱਚ ਇੱਕ ਬਹੁਤ ਹੀ ਸਧਾਰਨ ਡਿਨਰ ਟੇਬਲ ਸੀ। ਮਿਸਟਰ ਸਕਰੂਜ ਨੂੰ ਲੱਗਿਆ ਕਿ ਪਰਿਵਾਰ ਵਿੱਚ ਹਰ ਕੋਈ ਉਹਨਾਂ ਤੋਂ ਨਫ਼ਰਤ ਕਰਦਾ ਹੈ, ਪਰ ਉਹਨਾਂ ਨੇ ਵੇਖਿਆ ਕਿ ਅਜਿਹੀ ਕੋਈ ਗੱਲ ਨਹੀਂ ਹੈ। ਉਹਨਾਂ ਦਾ ਸਹਾਇਕ ਖੜਾ ਹੋਇਆ। ਮੈਨੂੰ ਕੰਮ ਕਰਨ ਦਾ ਮੌਕਾ ਦੇਣ ਅਤੇ ਸਮੇਂ ਤੇ ਤਨਖਾਹ ਦੇਣ ਦੇ ਲਈ ਮੈਂ ਮਿਸਟਰ ਸਕਰੂਜ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹਾਂ। ਅੱਜ ਅਸੀਂ ਉਹਨਾਂ ਦੇ ਕਰਕੇ ਹੀ ਖਾਣਾ ਖਾ ਪਾ ਰਹੇ ਹਾਂ। ਭਾਵੇਂ ਮਿਸਟਰ ਸਕਰੂਜ ਆਪਣੇ ਸਹਾਇਕ ਦੇ ਲਈ ਹਰ ਮੌਕੇ ਤੇ ਬੁਰਾ ਵਿਹਾਰ ਕਰਦੇ ਸੀ, ਪਰ ਉਹ ਉਹਨਾਂ ਦਾ ਕਿੰਨਾ ਆਭਾਰੀ ਸੀ, ਇਹ ਵੇਖ ਕੇ ਉਹਨਾਂ ਨੂੰ ਹੈਰਾਨੀ ਹੋਈ। ਬਾਅਦ ਵਿੱਚ ਉਹਨਾਂ ਨੇ ਸਹਾਇਕ ਦੇ ਬਿਮਾਰ ਬੱਚੇ ਨੂੰ ਵੇਖਿਆ। ਬੱਚਾ ਟੇਬਲ ਦੇ ਉੱਪਰੀ ਕੋਨੇ ਤੇ ਆਪਣੀ ਵੀਲ ਚੇਅਰ ਤੇ ਬੈਠਾ ਹੋਇਆ ਸੀ। ਉਹ ਦੁਬਲਾ ਪਤਲਾ ਤੇ ਬਿਮਾਰ ਲੱਗ ਰਿਹਾ ਸੀ। ਮਿਸਟਰ ਸਕਰੂਜ ਨੂੰ ਬੱਚੇ ਦੇ ਲਈ ਬਹੁਤ ਦੁੱਖ ਹੋਇਆ। ਇਹ ਬੱਚਾ ਬਹੁਤ ਬਿਮਾਰ ਹੈ ਅਤੇ ਇਸ ਦੇ ਕੋਲ ਜ਼ਿਆਦਾ ਸਮਾਂ ਨਹੀਂ ਬਚਿਆ। ਇਹ ਸੁਣਨ ਤੋਂ ਬਾਅਦ ਮਿਸਟਰ ਸਕਰੂਜ ਦੀ ਉਦਾਸੀ ਹੋਰ ਵੱਧ ਗਈ। ਇਸ ਦੇ ਬਾਅਦ ਭੂਤ ਉਹਨਾਂ ਨੂੰ ਉਹਨਾਂ ਦੇ ਭਤੀਜੇ ਦੇ ਘਰ ਲੈ ਗਿਆ। ਉਹਦਾ ਪਰਿਵਾਰ ਖਾਣਾ ਖਾਂਦੇ ਟਾਈਮ ਬਹੁਤ ਮਜ਼ੇ ਕਰ ਰਿਹਾ ਸੀ। ਉੱਥੇ ਇੱਕ ਖਾਲੀ ਸੀਟ ਵੀ ਸੀ ਜੋ ਉਹਨਾਂ ਦਾ ਇੰਤਜ਼ਾਰ ਕਰ ਰਹੀ ਸੀ। ਕਾਸ਼ ਅੱਜ ਅੰਕਲ ਵੀ ਸਾਡੇ ਨਾਲ ਹੁੰਦੇ। ਮਿਸਟਰ ਸਕਰੂਜ ਨੂੰ ਇਸ ਗੱਲ ਦੀ ਜ਼ਰਾ ਵੀ ਉਮੀਦ ਨਹੀਂ ਸੀ। ਉਹ ਤਾਂ ਹਮੇਸ਼ਾ ਇਹੀ ਸੋਚਦੇ ਸੀ ਕਿ ਉਹਨਾਂ ਦਾ ਪਰਿਵਾਰ ਉਹਨਾਂ ਤੋਂ ਨਫ਼ਰਤ ਕਰਦਾ ਹੈ। ਉਸੇ ਵੇਲੇ ਭੂਤ ਨੇ ਉਹਨਾਂ ਨੂੰ ਦੱਸਿਆ ਕਿ ਹੁਣ ਉਹਨਾਂ ਦਾ ਮਰਨ ਦਾ ਸਮਾਂ ਆ ਗਿਆ ਤੇ ਉਸਨੇ ਜੈਕਟ ਦੇ ਅੰਦਰ ਤੇ 2 ਬੱਚੇ ਵਿਖਾਏ, ਇੱਕ ਮੁੰਡਾ ਤੇ ਇੱਕ ਕੁੜੀ। ਪਰ ਉਹਨਾਂ ਦੇ ਦੁਬਲੇ ਪਤਲੇ ਸਰੀਰ ਤੇ ਡਰਾਵਨੇ ਚਿਹਰਿਆਂ ਦੇ ਨਾਲ ਉਹ ਬੱਚਿਆਂ ਦੀ ਬਜਾਏ 2 ਪੁਰਾਣੇ ਕੰਕਾਲਾਂ ਵਾਂਗ ਨਜ਼ਰ ਆ ਰਹੇ ਸੀ। ਇਹਨਾਂ ਬੱਚਿਆਂ ਨੂੰ ਧਿਆਨ ਨਾਲ ਵੇਖੋ। ਇਹ ਲਾਲਚੀ ਅਤੇ ਮਾੜੇ ਲੋਕਾਂ ਦੇ ਆਗੂ ਹਨ। ਇਹ ਤੁਹਾਡੇ ਮਰਨ ਦਾ ਵੇਲਾ ਹੈ। ਤੁਸੀਂ ਮੁੰਡੇ ਤੇ ਖਾਸ ਧਿਆਨ ਦਿਓ। ਵੱਡਾ ਹਰਾ ਭੂਤ ਵੀ ਗਾਇਬ ਹੋ ਗਿਆ। ਮਿਸਟਰ ਸਕਰੂਜ ਨੂੰ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਭੂਤ ਉਹਨਾਂ ਨੂੰ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਅਚਾਨਕ ਉਹ ਘੜੀ ਦੀ ਆਵਾਜ਼ ਤੋਂ ਚੌਂਕ ਗਏ। ਇਹ ਅੱਧੀ ਰਾਤ ਦਾ ਸਮਾਂ ਸੀ। ਇਸ ਵਾਰ ਉਹਨਾਂ ਦੇ ਸਾਹਮਣੇ ਇੱਕ ਗਹਿਰਾ ਤੇ ਡਰਾਵਨਾ ਭੂਤ ਨਜ਼ਰ ਆਇਆ। ਇਹ ਉਹਨਾਂ ਦੇ ਭਵਿੱਖ ਦਾ ਭੂਤ ਸੀ। ਉਹ ਮਿਸਟਰ ਸਕਰੂਜ ਨੂੰ ਉਹਨਾਂ ਦੇ ਅੰਤਮ ਸੰਸਕਾਰ ਵਿੱਚ ਲੈ ਕੇ ਆਇਆ ਸੀ। ਲੋਕੀ ਕਬਰਿਸਤਾਨ ਤੇ ਉਹਨਾਂ ਦੀ ਕਬਰ ਤੇ ਇਕੱਠੇ ਹੋਏ ਸੀ। ਮਿਸਟਰ ਸਕਰੂਜ ਚੌਂਕ ਗਏ ਜਦ ਉਹਨਾਂ ਨੇ ਆਪਣਾ ਚਿਹਰਾ ਕਬਰ ਦੇ ਪੱਥਰਾਂ ਵਿੱਚ ਵੇਖਿਆ। ਉਹਨਾਂ ਨੇ ਵੇਖਿਆ ਕਿ ਲੋਕੀ ਉਹਨਾਂ ਦੀਆਂ ਗੱਲਾਂ ਕਰ ਰਹੇ ਸੀ ਤੇ ਉਹਨਾਂ ਨੂੰ ਕਿਵੇਂ ਚੈਨ ਮਿਲਿਆ ਸੀ ਕਿ ਆਖਰਕਾਰ ਉਹ ਚਲੇ ਗਏ। ਉਸ ਪਲ ਮਿਸਟਰ ਸਕਰੂਜ ਨੇ ਮਹਿਸੂਸ ਕੀਤਾ ਕਿ ਸਾਲਾਂ ਤੋਂ ਉਹ ਇੱਕ ਹੋਰ ਵੀ ਬਦਤਰ ਇਨਸਾਨ ਬਣ ਗਏ ਸੀ ਤੇ ਉਹਨਾਂ ਨੂੰ ਕੋਈ ਵੀ ਪਸੰਦ ਨਹੀਂ ਕਰਦਾ ਸੀ। ਜਿਨ੍ਹਾਂ ਤੋਂ ਉਹਨਾਂ ਨੇ ਪੈਸੇ ਲੈਣੇ ਸੀ, ਉਹ ਉਹਨਾਂ ਦੀ ਮੌਤ ਤੋਂ ਕਿੰਨੇ ਖੁਸ਼ ਸੀ। ਫਿਰ ਉਹਨਾਂ ਦੇ ਸਹਾਇਕ ਦੇ ਬੇਟੇ ਦੀ ਕਬਰ ਨੂੰ ਵੇਖਿਆ। ਉਹਨਾਂ ਦੇ ਉਲਟ ਬੇਟੇ ਦੀ ਕਬਰ ਫੁੱਲਾਂ ਨਾਲ ਸਜੀ ਹੋਈ ਸੀ। ਉਹ ਹੁਣ ਹੋਰ ਨਹੀਂ ਵੇਖ ਪਾ ਰਹੇ ਸੀ, ਸੋ ਉਹਨਾਂ ਨੇ ਭੂਤ ਨੂੰ ਵਾਪਸ ਲਿਜਾਣ ਦੇ ਲਈ ਕਿਹਾ। ਮਿਹਰਬਾਨੀ ਕਰਕੇ ਮੈਨੂੰ ਵਾਪਸ ਲੈ ਚਲੋ। ਹੁਣ ਮੈਂ ਸਮਝ ਗਿਆ। ਮੈਂ ਆਪਣੇ ਜੀਣ ਦਾ ਤਰੀਕਾ ਬਦਲ ਲਵਾਂਗਾ। ਮੈਂ ਉਹ ਸਖਤ ਬੋੜਾ ਅਜੀਬ ਆਦਮੀ ਨਹੀਂ ਲਵਾਂਗਾ। ਦਿਲ ਨਾਲ ਵਾਅਦਾ ਕਰਦਾ ਹਾਂ। ਅਚਾਨਕ ਉਹ ਘਰ ਵਿੱਚ ਸੀ। ਖੁਸ਼ਕਿਸਮਤੀ ਨਾਲ ਹਾਲੇ 12 ਨਹੀਂ ਵੱਜੇ ਸੀ। ਉਹਨਾਂ ਦੇ ਕੁੱਤੇ ਨੇ ਭੌਂਕਣਾ ਸ਼ੁਰੂ ਕੀਤਾ। ਮਿਸਟਰ ਸਕਰੂਜ ਨੇ ਵੇਖਿਆ
ਕਿ ਹਾਲੇ ਵੀ ਉਹੀ ਦਿਨ ਸੀ। ਹਾਲੇ ਵੀ ਕੁਝ ਚੀਜ਼ਾਂ ਬਦਲਣ ਦਾ ਸਮਾਂ ਉਹਨਾਂ ਦੇ ਕੋਲ ਸੀ। ਬੜੀ ਖੁਸ਼ੀ ਨਾਲ ਉਹ ਸੜਕ ਤੇ ਛਾਲਾਂ ਮਾਰਦੇ ਹੋਏ ਗਏ। ਸਭ ਤੋਂ ਪਹਿਲਾਂ ਉਹ ਕਸਾਈ ਦੇ ਕੋਲ ਗਏ। ਉਹਨਾਂ ਨੇ ਇੱਕ ਵੱਡੀ ਜਿਹੀ ਟਰਕੀ ਖਰੀਦੀ ਤੇ ਉਹਨੂੰ ਆਪਣੇ ਸਹਾਇਕ ਦੇ ਘਰ ਲਿਜਾਣ ਲਈ ਕਿਹਾ। ਫਿਰ ਉਹਨਾਂ ਨੇ ਇੱਕ ਖਿਡੌਣਾ ਖਰੀਦਿਆ ਤੇ ਉਹਨੂੰ ਆਪਣੇ ਸਹਾਇਕ ਦੇ ਘਰ ਲਿਜਾਣ ਲਈ ਕਿਹਾ। ਫਿਰ ਭੱਜ ਕੇ ਉਹ ਆਪਣੇ ਭਰਾ ਦੇ ਘਰ ਪਹੁੰਚੇ। ਉੱਥੇ ਰਾਤ ਦੇ ਖਾਣੇ ਵਿੱਚ ਸ਼ਾਮਲ ਹੋ ਗਏ, ਜਿਸ ਦੇ ਲਈ ਭਤੀਜੇ ਨੇ ਉਹਨਾਂ ਨੂੰ ਸੱਦਾ ਦਿੱਤਾ ਸੀ। ਉਸ ਰਾਤ ਸਾਰਿਆਂ ਨੇ ਮਿਲ ਕੇ ਨਵੇਂ ਸਾਲ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਉਹਨਾਂ ਨੇ ਆਪਣੇ ਸਹਾਇਕ ਦੇ ਬੇਟੇ ਦਾ ਜ਼ਰੂਰੀ ਇਲਾਜ ਕਰਾਉਣ ਦਾ ਫੈਸਲਾ ਕੀਤਾ। ਉਹਨਾਂ ਦੇ ਨਾਲ ਉਹਨਾਂ ਨੇ ਆਪਣੇ ਸੱਕੇ ਪੁੱਤਰ ਵਰਗਾ ਵਿਹਾਰ ਕੀਤਾ। ਉਹਨਾਂ ਨੇ ਗਰੀਬਾਂ ਦੀ ਮਦਦ ਕੀਤੀ। ਉਹ ਲੋਕਾਂ ਦੇ ਨਾਲ ਹੁਣ ਬਿਹਤਰ ਵਿਹਾਰ ਕਰ ਰਹੇ ਸੀ। ਸਭ ਦੇ ਨਾਲ ਪਿਆਰ ਨਾਲ ਪੇਸ਼ ਆਏ। ਹੁਣ ਉਹ ਸਵਾਰਥੀ, ਰੁੱਖੇ ਤੇ ਸਖਤ ਨਹੀਂ ਰਹੇ ਸੀ, ਤੇ ਨਾ ਹੀ ਹੁਣ ਉਹ ਉਦਾਂ ਦੇ ਕਦੀ ਹੋਣ ਵਾਲੇ ਸੀ। ਕਈ ਸਾਲ ਪਹਿਲਾਂ ਇਸ ਧਰਤੀ ਦੇ ਦੂਰ ਦਰਾਜ਼ ਇਲਾਕੇ ਵਿੱਚ ਇੱਕ ਬਹੁਤ ਸੋਹਣੀ ਕੁੜੀ ਰਹਿੰਦੀ ਸੀ, ਸਿੰਡਰੈਲਾ। ਉਹਦੀ ਮਾਂ ਨੂੰ ਗੁਜ਼ਰੇ ਬਹੁਤ ਸਾਲ ਹੋ ਗਏ ਸੀ। ਉਹਦੇ ਪਿਓ ਨੇ ਹੀ ਉਹਨੂੰ ਪਾਲ ਪੋਸ ਕੇ ਵੱਡਾ ਕੀਤਾ ਸੀ। ਜਦ ਸਿੰਡਰੈਲਾ ਦੇ ਪਿਤਾ ਜੀ ਨੇ ਦੂਜਾ ਵਿਆਹ ਕੀਤਾ ਤਾਂ ਉਹਦੇ ਜੀਵਨ ਵਿੱਚ ਬਹੁਤ ਬਦਲਾਅ ਆਇਆ। ਉਸ ਦੇ ਪਿਓ ਦੀ ਨਵੀਂ ਘਰਵਾਲੀ ਤੇ ਉਹਦੀ 2 ਬੇਟੀਆਂ ਮਤਰੇਈ ਪਿਓ ਦੇ ਘਰ ਰਹਿਣ ਵਾਸਤੇ ਆ ਗਏ। ਪਹਿਲੀ ਵਾਰ ਜਦੋਂ ਉਹ ਮਿਲੇ, ਉਦੋਂ ਤੋਂ ਹੀ ਮਤਰੇਈ ਮਾਂ ਨੂੰ ਸਿੰਡਰੈਲਾ ਇੱਕ ਅੱਖ ਨਹੀਂ ਪਾਉਂਦੀ ਸੀ। ਉਹ ਤੇ ਉਹਦੀਆਂ ਬੇਟੀਆਂ ਸਿੰਡਰੈਲਾ ਦੀ ਖੂਬਸੂਰਤੀ ਨੂੰ ਵੇਖ ਕੇ ਅਤੇ ਦਇਆਲੂ ਦਿਲ ਤੋਂ ਬਹੁਤ ਜਲਨ ਕਰਦੇ ਸੀ। ਸਿੰਡਰੈਲਾ ਦੀਆਂ ਭੈਣਾਂ ਸਿੰਡਰੈਲਾ ਜਿੰਨੀਆਂ ਸੋਹਣੀਆਂ ਨਹੀਂ ਸਨ। ਐਨਾ ਹੀ ਨਹੀਂ, ਉਹ ਦੋਵੇਂ ਬਹੁਤ ਹੀ ਗੁੱਸੇ ਵਾਲੀਆਂ ਤੇ ਵਿਗੜੀਆਂ ਹੋਈਆਂ ਵੀ ਸੀ। ਇੱਕ ਦਿਨ ਕਿਸੇ ਕੰਮ ਕਰਕੇ ਸਿੰਡਰੈਲਾ ਦੇ ਪਿਓ ਨੂੰ ਲੰਮੀ ਯਾਤਰਾ ਤੇ ਜਾਣਾ ਪਿਆ, ਅਤੇ ਇਹੀ ਉਹ ਸਮਾਂ ਸੀ ਜਦ ਸਿੰਡਰੈਲਾ ਦੀ ਮਤਰੇਈ ਮਾਂ ਤੇ ਉਹਦੀਆਂ ਭੈਣਾਂ ਨੇ ਉਹਦੇ ਜੀਵਨ ਨੂੰ ਨਰਕ ਬਣਾ ਦਿੱਤਾ। ਜਦ ਸਿੰਡਰੈਲਾ ਬਗੀਚੇ ਵਿੱਚ ਆਪਣੇ ਪਿਆਰੇ ਪੰਛੀਆਂ ਨਾਲ ਗੱਲਾਂ ਕਰ ਰਹੀ ਸੀ ਤਾਂ ਉਹਦੀ ਮਤਰੇਈ ਮਾਂ ਉਹਦੇ ਕੋਲ ਆਈ। ਅੱਜ ਤੋਂ ਬਾਅਦ ਤੂੰ ਇਸ ਬਾਲਕਨੀ ਵਿੱਚ ਰਹੇਂਗੀ, ਘਰ ਦੇ ਸਾਰੇ ਕੰਮ ਕਰੇਂਗੀ, ਤੇ ਮੈਨੂੰ ਤੇਰਾ ਇਹਨਾਂ ਕੱਪੜਿਆਂ ਵਿੱਚ ਘੁੰਮਣਾ ਫਿਰਨਾ ਬਿਲਕੁਲ ਵੀ ਪਸੰਦ ਨਹੀਂ। ਸਿੰਡਰੈਲਾ ਨੂੰ ਪਤਾ ਨਹੀਂ ਸੀ ਇਸ ਤੇ ਕੀ ਜਵਾਬ ਦੇਵੇ। ਬੇਬਸ ਰੂਪ ਵਿੱਚ ਜਿਵੇਂ ਉਹਨੂੰ ਕਿਹਾ ਗਿਆ ਉਹਨੇ ਕੀਤਾ। ਉਸਨੇ ਆਪਣੀਆਂ ਚੀਜ਼ਾਂ ਚੱਕੀਆਂ ਤੇ ਬਾਲਕਨੀ ਵਿੱਚ ਚਲੀ ਗਈ। ਉਸ ਦਿਨ ਤੋਂ ਬਾਅਦ ਤੋਂ ਸਿੰਡਰੈਲਾ ਘਰ ਦੇ ਸਾਰੇ ਕੰਮ ਆਪ ਹੀ ਕਰ ਲਿਆ ਕਰਦੀ ਸੀ। ਉਹ ਬਹੁਤ ਥੱਕ ਜਾਂਦੀ, ਪਰ ਨਾ ਹੀ ਉਹਦੀ ਮਤਰੇਈ ਮਾਂ ਤੇ ਨਾ ਹੀ ਮਤਰੇਈ ਭੈਣਾਂ ਨੂੰ ਉਹਦੇ ਤੇ ਕੋਈ ਦਇਆ ਆਂਦੀ। ਫਰਸ਼ ਨੂੰ ਦੁਬਾਰਾ ਚੰਗੀ ਤਰ੍ਹਾਂ ਸਾਫ਼ ਕਰ, ਕੀ ਤੈਨੂੰ ਕੋਈ ਮਿੱਟੀ ਨਜ਼ਰ ਨਹੀਂ ਆਂਦੀ? ਕੀ ਤੂੰ ਹਾਲੇ ਤੱਕ ਕੱਪੜੇ ਵੀ ਨਹੀਂ ਧੋਤੇ? ਮੇਰੇ ਕੋਲ ਪਾਉਣ ਦੇ ਲਈ ਕੋਈ ਚੰਗੀ ਡਰੈਸ ਨਹੀਂ ਹੈਗੀ। ਸਿੰਡਰੈਲਾ ਦੇ ਕੋਲ ਚੂਹਿਆਂ ਅਤੇ ਖਿੜਕੀ ਤੇ ਆ ਕੇ ਬਹਿਣ ਵਾਲੇ ਪੰਛੀਆਂ ਤੋਂ ਇਲਾਵਾ ਕੋਈ ਦੋਸਤ ਨਹੀਂ ਸੀ। ਸਰਦੀ ਤੋਂ ਬਚਣ ਦੇ ਲਈ ਰਾਤ ਦੇ ਵੇਲੇ ਸਿੰਡਰੈਲਾ ਥੱਲੇ ਚਿਮਨੀ ਦੇ ਕੋਲ ਜਾ ਕੇ ਸੇਕ ਲੈਂਦੀ ਤੇ ਉੱਥੇ ਹੀ ਸੋ ਜਾਂਦੀ। ਇੰਝ ਹੀ ਦਿਨ ਗੁਜ਼ਰਦੇ ਗਏ। ਇੱਕ ਦਿਨ ਸ਼ਹਿਰ ਵਿੱਚ ਰਾਜ ਵੱਲੋਂ ਇੱਕ ਮੁਨਾਦੀ ਕੀਤੀ ਗਈ। ਸਾਡੇ ਰਾਜਕੁਮਾਰ ਵੱਲੋਂ ਮਹਿਲ ਵਿੱਚ ਇੱਕ ਦਾਵਤ ਦਾ ਇੰਤਜ਼ਾਮ ਕੀਤਾ ਗਿਆ ਹੈ। ਵਿਆਹ ਦੇ ਲਈ ਲਾਇਕ ਸਾਰੀ ਕੁੜੀਆਂ ਨੂੰ ਇਸ ਦਾਵਤ ਵਿੱਚ ਆਉਣ ਦਾ ਨਿਯੋਤਾ ਦਿੱਤਾ ਜਾਂਦਾ ਹੈ। ਜਿਵੇਂ ਹੀ ਮਤਰੇਈ ਭੈਣਾਂ ਨੇ ਇਹ ਗੱਲ ਸੁਣੀ, ਉਹ ਭੱਜਦੇ ਹੋਏ ਘਰ ਗਈਆਂ ਅਤੇ ਆਪਣੀ ਮਾਂ ਨੂੰ ਇਸ ਬਾਰੇ ਦੱਸਿਆ। ਪਾਰਟੀ ਵਿੱਚ ਤੁਸੀਂ ਦੋਵੇਂ ਹੀ ਸਭ ਤੋਂ ਸੋਹਣੀਆਂ ਹੋਵਗੀਆਂ। ਰਾਜਕੁਮਾਰ ਨੂੰ ਤੁਹਾਡੇ ਦੋਵਾਂ ਵਿੱਚੋਂ ਹੀ ਇੱਕ ਨੂੰ ਚੁਣਨਾ ਚਾਹੀਦਾ ਹੈ। ਹਾਂ, ਇਸ ਤਰ੍ਹਾਂ ਅਸੀਂ ਸਾਰੇ ਮਹਿਲ ਵਿੱਚ ਰਹਿ ਸਕਾਂਗੇ, ਹੈ ਨਾ ਮਾਂ? ਮੈਨੂੰ ਤੁਹਾਡੇ ਦੋਵਾਂ ਦੇ ਲਈ ਗਾਊਨ ਤੇ ਜੁੱਤੇ ਖਰੀਦਣੇ ਹੋਣਗੇ। ਚਲੋ ਅਸੀਂ ਖਰੀਦਦਾਰੀ ਕਰਕੇ ਆਈਏ। ਮਤਰੇਈ ਮਾਂ ਤੇ ਭੈਣਾਂ ਬਾਹਰ ਚਲੀਆਂ ਗਈਆਂ। ਉੱਥੇ ਖੜੇ ਹੋ ਕੇ ਸਾਰੀਆਂ ਗੱਲਾਂ ਸੁਣਨ ਵਾਲੀ ਸਿੰਡਰੈਲਾ ਉਦਾਸ ਹੋ ਗਈ। ਕਈ ਦਿਨਾਂ ਤੋਂ ਤਿਆਰੀਆਂ ਚੱਲ ਰਹੀਆਂ ਸੀ। ਮਤਰੇਈ ਭੈਣਾਂ ਦੇ ਗਾਊਨ ਤਿਆਰ ਹੋ ਕੇ ਆ ਗਏ ਸੀ।
ਹਰ ਰੋਜ਼ ਉਹ ਦੋਵੇਂ ਸ਼ੀਸ਼ੇ ਦੇ ਸਾਹਮਣੇ ਖੜੀਆਂ ਰਹਿੰਦੀਆਂ ਤੇ ਖੁਦ ਨੂੰ ਦੱਸਦੀਆਂ, ਅਸੀਂ ਪਾਰਟੀ ਵਿੱਚ ਸਭ ਤੋਂ ਸੋਹਣੀਆਂ ਕੁੜੀਆਂ ਹੋਵਾਂਗੀਆਂ। ਆਖਰ ਉਹ ਦਿਨ ਆ ਹੀ ਗਿਆ। ਮਤਰੇਈ ਭੈਣਾਂ ਅੱਜ ਛੇਤੀ ਉੱਠ ਗਈਆਂ ਸੀ। ਉਹਨਾਂ ਨੇ ਸਿੰਡਰੇਲਾ ਨੂੰ ਸੱਦਿਆ। ਸਿੰਡਰੇਲਾ ਛੇਤੀ ਇੱਥੇ ਆ। ਕਿੱਥੇ ਹੈ ਤੂੰ? ਛੇਤੀ ਸਾਡੇ ਨਹਾਉਣ ਦੀ ਤਿਆਰੀ ਕਰ। ਪੂਰਾ ਦਿਨ ਸਿੰਡਰੇਲਾ ਨੇ ਭੈਣਾਂ ਦੀ ਤਿਆਰ ਹੋਣ ਵਿੱਚ ਮਦਦ ਕੀਤੀ। ਜ਼ਰਾ ਹੌਲੀ-ਹੌਲੀ ਬ੍ਰਸ਼ ਕਰ, ਮੇਰੇ ਸਾਰੇ ਵਾਲ ਤੋੜਨੇ ਨੇ ਕੀ? ਸ਼ਾਮ ਤੱਕ ਦੋਵੇਂ ਪਾਰਟੀ ਦੇ ਲਈ ਤਿਆਰ ਹੋ ਗਈਆਂ ਸੀ। ਤੁਸੀਂ ਦੋਵੇਂ ਬਹੁਤ ਸੋਹਣੀਆਂ ਲੱਗ ਰਹੀਆਂ ਹੋ। ਸਿੰਡਰੇਲਾ ਨੇ ਆਪਣੀ ਪੂਰੀ ਹਿੰਮਤ ਜੁਟਾ ਕੇ ਮਤਰੇਈ ਮਾਂ ਨੂੰ ਪੁੱਛਿਆ, ਕੀ ਮੈਂ ਵੀ ਪਾਰਟੀ ਵਿੱਚ ਆ ਸਕਦੀ ਹਾਂ? ਕੌਣ, ਤੂੰ? ਹਾਂ, ਉਹਨਾਂ ਨੇ ਸਾਰੀਆਂ ਜਵਾਨ ਕੁੜੀਆਂ ਨੂੰ ਬੁਲਾਇਆ ਹੈ। ਕੀ ਪਾਰਟੀ ਦੇ ਲਈ ਤੇਰੇ ਕੋਲ ਕੋਈ ਕੱਪੜੇ ਵੀ ਨੇ? ਰਾਜਕੁਮਾਰ ਨੂੰ ਆਪਣੇ ਲਈ ਰਾਣੀ ਚਾਹੀਦੀ ਹੈ, ਨੌਕਰਾਣੀ ਨਹੀਂ। ਚਲੋ ਕੁੜੀਓ, ਪਾਰਟੀ ਦੇ ਲਈ ਦੇਰ ਹੋ ਰਹੀ ਹੈ ਤੇ ਤੁਸੀਂ ਯਾਦ ਰੱਖਣਾ, ਸੌਣ ਤੋਂ ਪਹਿਲਾਂ ਸਾਰੇ ਕੰਮ ਹੋ ਜਾਣੇ ਚਾਹੀਦੇ ਨੇ। ਮਤਰੇਈ ਮਾਂ ਤੇ ਭੈਣਾਂ ਪਾਰਟੀ ਦੇ ਲਈ ਨਿਕਲ ਗਈਆਂ ਅਤੇ ਘਰ ਵਿੱਚ ਕੱਲੀ ਸਿੰਡਰੇਲਾ ਰੋਣ ਲੱਗੀ। ਮੈਂ ਪਾਰਟੀ ਵਿੱਚ ਕਿਉਂ ਨਹੀਂ ਜਾ ਸਕਦੀ? ਜੇ ਅੱਜ ਮੇਰੇ ਮਾਪਿਓ ਹੁੰਦੇ ਤਾਂ ਇਹ ਸਭ ਨਾ ਹੁੰਦਾ। ਉਸੇ ਵੇਲੇ ਇੱਕ ਚਮਕਦਾਰ ਰੌਸ਼ਨੀ ਨਜ਼ਰ ਆਈ। ਪਹਿਲਾਂ ਸਿੰਡਰੇਲਾ ਸਮਝ ਨਹੀਂ ਸਕੀ ਕਿ ਉਹ ਕੀ ਸੀ। ਉਹ ਰੌਸ਼ਨੀ ਨੂੰ ਇੱਕ ਟਕ ਵੇਖੀ ਜਾ ਰਹੀ ਸੀ ਤੇ ਅਚਾਨਕ ਉਸ ਰੌਸ਼ਨੀ ਦੇ ਵਿੱਚੋਂ ਇੱਕ ਖੂਬਸੂਰਤ ਪਰੀ ਨਜ਼ਰ ਆਈ। ਮੇਰੀ ਪਿਆਰੀ ਸਿੰਡਰੇਲਾ, ਰੋ ਨਾ, ਤੂੰ ਵੀ ਮਹਿਲ ਦੀ ਪਾਰਟੀ ਵਿੱਚ ਜਾਵੇਂਗੀ। ਸਿੰਡਰੇਲਾ ਨੂੰ ਆਪਣੀ ਅੱਖਾਂ ਤੇ ਯਕੀਨ ਨਹੀਂ ਹੋਇਆ। ਉਸਨੇ ਹੜਬੜਾ ਕੇ ਪੁੱਛਿਆ, ਕੀ ਮੈਂ ਜਾ ਸਕਦੀ ਹਾਂ? ਮੇਰੀ ਹਾਲਤ ਤਾਂ ਵੇਖੋ। ਚਿੰਤਾ ਨਾ ਕਰ, ਮੈਂ ਹਾਂ ਨਾ ਤੇਰੀ ਮਦਦ ਦੇ ਲਈ। ਮੈਨੂੰ ਇੱਕ ਕੱਦੂ ਤੇ 7 ਚੂਹੇ ਲਿਆ ਕੇ ਦੇ। ਸਿੰਡਰੇਲਾ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹਨੂੰ ਇਹ ਚੀਜ਼ਾਂ ਕਿਉਂ ਚਾਹੀਦੀਆਂ ਨੇ, ਪਰ ਉਸਨੇ ਉਹੀ ਕੀਤਾ ਜੋ ਉਹਨੂੰ ਕਿਹਾ ਗਿਆ। ਪਹਿਲਾਂ ਉਹ ਰਸੋਈ 'ਚ ਗਈ ਤੇ ਵੱਡਾ ਜਿਹਾ ਕੱਦੂ ਲੈ ਆਈ। ਫਿਰ ਉਹ ਬਾਲਕਨੀ ਵਿੱਚ ਗਈ ਤੇ ਆਪਣੇ ਚੂਹੇ ਦੋਸਤਾਂ ਨੂੰ ਲੈ ਕੇ ਫਿਰ ਤੋਂ ਥੱਲੇ ਆਈ। ਪਰੀ ਨੇ ਆਪਣੀ ਜਾਦੂਈ ਛੜੀ ਨਾਲ ਕੱਦੂ ਨੂੰ ਇੱਕ ਸੋਹਣੀ ਬੱਗੀ ਵਿੱਚ ਬਦਲ ਦਿੱਤਾ। ਫਿਰ ਉਹ ਚੂਹਿਆਂ ਵੱਲ ਮੁੜੀ। ਉਹਨਾਂ ਵਿੱਚੋਂ ਇੱਕ ਡਰਾਈਵਰ ਬਣ ਗਿਆ ਤੇ ਬਾਕੀ 6 ਸੋਹਣੇ ਚਿੱਟੇ ਘੋੜਿਆਂ ਵਿੱਚ ਬਦਲ ਗਏ। ਹੈਰਾਨ ਹੋਈ ਸਿੰਡਰੇਲਾ ਬੱਗੀ ਤੇ ਘੋੜਿਆਂ ਨੂੰ ਵੇਖ ਰਹੀ ਸੀ। ਉਸੇ ਵੇਲੇ ਪਰੀ ਉਹਦੇ ਵੱਲ ਮੁੜੀ। ਜਦ ਉਹਨੇ ਆਪਣੀ ਜਾਦੂਈ ਛੜੀ ਨਾਲ ਸਿੰਡਰੇਲਾ ਨੂੰ ਛੂਹਿਆ ਤਾਂ ਉਹਦੀ ਪੁਰਾਣੀ ਡਰੈਸ ਇੱਕ ਖੂਬਸੂਰਤ ਪਾਰਟੀ ਗਾਊਨ ਵਿੱਚ ਬਦਲ ਗਈ ਅਤੇ ਉਸ ਦੇ ਪੈਰਾਂ ਦੀਆਂ ਚੱਪਲਾਂ ਸੋਹਣੀਆਂ ਕੱਚ ਦੇ ਜੁੱਤੇ ਵਿੱਚ ਬਦਲ ਗਈਆਂ। ਮੈਂ ਰਾਜਕੁਮਾਰੀ ਦੀ ਤਰ੍ਹਾਂ ਨਜ਼ਰ ਆ ਰਹੀ ਹਾਂ। ਹੁਣ ਪਾਰਟੀ ਵਿੱਚ ਜਾਣ ਦਾ ਸਮਾਂ ਹੋ ਗਿਆ, ਪਰ ਭੁੱਲੀ ਨਾ, ਜਿਵੇਂ ਹੀ ਘੜੀ ਵਿੱਚ 12 ਵਜਣ ਤੂੰ ਘਰ ਚਲੀ ਆਈ, ਕਿਉਂਕਿ ਉਹਦੇ ਬਾਅਦ ਤੂੰ ਪਹਿਲਾਂ ਵਰਗੀ ਹੀ ਹੋ ਜਾਵੇਂਗੀ। ਸਿੰਡਰੇਲਾ ਨੇ ਪਰੀ ਦੀ ਗੱਲਾਂ ਨੂੰ ਧਿਆਨ ਨਾਲ ਸੁਣਿਆ। ਫਿਰ ਉਹ ਬੱਗੀ ਵਿੱਚ ਬੈਠੀ ਅਤੇ ਮਹਿਲ ਵੱਲ ਚੱਲ ਪਈ। ਉਸ ਦੀ ਸੋਹਣੀ ਬੱਗੀ ਮਹਿਲ ਦੇ ਸਾਹਮਣੇ ਜਾ ਕੇ ਰੁਕ ਗਈ। ਜਦ ਸਿੰਡਰੇਲਾ ਖੂਬਸੂਰਤ ਦਰਵਾਜ਼ਿਆਂ ਵਿੱਚੋਂ ਹੁੰਦੀ ਹੋਈ ਮਹਿਲ ਵਿੱਚ ਦਾਖਲ ਹੋਈ ਤਾਂ ਸਭ ਦੀਆਂ ਅੱਖਾਂ ਉਹਨੂੰ ਹੀ ਤੱਕ ਰਹੀਆਂ ਸਨ। ਉਹ ਬਹੁਤ ਸੋਹਣੀ ਤੇ ਖਾਨਦਾਨੀ ਨਜ਼ਰ ਆ ਰਹੀ ਸੀ। ਉਹਦੀ ਮਤਰੇਈ ਮਾਂ ਤੇ ਮਤਰੇਈ ਭੈਣਾਂ ਵੀ ਇੰਨੀ ਸੋਹਣੀ ਕੁੜੀ ਨੂੰ ਵੇਖਦੀਆਂ ਹੀ ਰਹਿ ਗਈਆਂ। ਉਹ ਉਹਨੂੰ ਪਛਾਣ ਵੀ ਨਹੀਂ ਸਕੀਆਂ। ਅਚਾਨਕ ਪੌੜੀਆਂ ਤੇ ਰਾਜਕੁਮਾਰ ਨਜ਼ਰ ਆਇਆ। ਸਿੰਡਰੇਲਾ ਸੱਚਮੁੱਚ ਪਾਰਟੀ ਵਿੱਚ ਮੌਜੂਦ ਸਾਰੀ ਕੁੜੀਆਂ ਵਿੱਚੋਂ ਸਭ ਤੋਂ ਸੋਹਣੀ ਲੱਗ ਰਹੀ ਸੀ। ਰਾਜਕੁਮਾਰ ਨੂੰ ਪਹਿਲੀ ਨਜ਼ਰ ਵਿੱਚ ਇਸ ਇੰਨੀ ਸੋਹਣੀ ਕੁੜੀ ਨਾਲ ਪਿਆਰ ਹੋ ਗਿਆ। ਸਾਰੇ ਉਹਨੂੰ ਬੜੀ ਉਤਸੁਕਤਾ ਨਾਲ ਵੇਖ ਰਹੇ ਸੀ। ਰਾਜਕੁਮਾਰ ਹੌਲੀ-ਹੌਲੀ ਅੱਗੇ ਵਧਿਆ। ਮਤਰੇਈ ਭੈਣਾਂ ਬਹੁਤ ਖੁਸ਼ ਹੋਈਆਂ ਇਹ ਸੋਚ ਕੇ ਕਿ ਰਾਜਕੁਮਾਰ ਉਹਨਾਂ ਵੱਲ ਵਧ ਰਿਹਾ ਹੈ। ਉਹ ਮੇਰੇ ਵੱਲ ਆ ਰਿਹਾ ਹੈ। ਨਹੀਂ, ਉਹ ਮੇਰੇ ਕੋਲ ਆ ਰਿਹਾ ਹੈ।
ਪਰ ਰਾਜਕੁਮਾਰ ਅੱਗੇ ਵਧਿਆ ਤੇ ਸਿੱਧਾ ਸਿੰਡਰੇਲਾ ਦੇ ਸਾਹਮਣੇ ਰੁਕ ਗਿਆ। हे ਸੁੰਦਰੀਏ, ਕੀ ਤੂੰ ਮੇਰੇ ਨਾਲ ਨੱਚਣਾ ਪਸੰਦ ਕਰੇਂਗੀ? ਸਿੰਡਰੇਲਾ ਨੇ ਬੜੇ ਅਦਬ ਨਾਲ ਹਾਂ ਕਿਹਾ। ਰਾਜਕੁਮਾਰ ਤੇ ਸਿੰਡਰੇਲਾ ਨੇ ਉਤਸੁਕਤਾ ਨਾਲ ਵੇਖ ਰਹੇ ਸਾਰੇ ਮਹਿਮਾਨਾਂ ਦੇ ਵਿੱਚ ਨੱਚਣਾ ਸ਼ੁਰੂ ਕੀਤਾ। ਸਿੰਡਰੇਲਾ ਸੰਗੀਤ ਤੇ ਨ੍ਰਿਤਯ ਤੋਂ ਇੰਨੀ ਪ੍ਰਭਾਵਿਤ ਹੋ ਗਈ ਕਿ ਉਹਨੂੰ ਲੱਗਿਆ ਜਿਵੇਂ ਮਹਿਲ ਵਿੱਚ ਰਾਜਕੁਮਾਰ ਤੇ ਉਹ ਬਸ ਦੋਵੇਂ ਹੀ ਨੇ। ਉਹ ਦੋਵੇਂ ਦੇਰ ਰਾਤ ਤੱਕ ਨੱਚਦੇ ਰਹੇ। ਸਿੰਡਰੇਲਾ ਨੂੰ ਪਤਾ ਹੀ ਨਹੀਂ ਚੱਲਿਆ ਕਿ ਕਿੰਨਾ ਵਕਤ ਗੁਜ਼ਰ ਗਿਆ ਹੈ। ਅਚਾਨਕ ਉਸ ਦੀ ਨਜ਼ਰ ਘੜੀ ਤੇ ਪਈ। ਅੱਧੀ ਰਾਤ ਹੋ ਚੁੱਕੀ ਸੀ। ਉਸੇ ਵੇਲੇ ਸਿੰਡਰੇਲਾ ਨੂੰ ਪਰੀ ਦੀ ਚੇਤਾਵਨੀ ਯਾਦ ਆਈ, ਜਿਵੇਂ ਹੀ ਘੜੀ ਵਿੱਚ 12 ਵਜਣ ਤੂੰ ਘਰ ਆ ਜਾਵੀਂ, ਕਿਉਂਕਿ ਉਸ ਦੇ ਬਾਅਦ ਤੂੰ ਪਹਿਲਾਂ ਵਰਗੀ ਹੋ ਜਾਵੇਂਗੀ। ਹੜਬੜੀ ਵਿੱਚ ਉਸਨੇ ਰਾਜਕੁਮਾਰ ਨੂੰ ਉੱਥੇ ਹੀ ਛੱਡਿਆ ਤੇ ਭੱਜਣ ਲੱਗੀ। ਜਦੋਂ ਮਹਿਲ ਦੀਆਂ ਪੌੜੀਆਂ ਉਤਰ ਰਹੀ ਸੀ, ਉਸਦੀ ਇੱਕ ਜੁੱਤੀ ਉੱਥੇ ਹੀ ਰਹਿ ਗਈ ਤੇ ਉਹਦੇ ਕੋਲ ਉਸਨੂੰ ਵਾਪਸ ਲੈਣ ਜਾਣ ਦਾ ਵੀ ਸਮਾਂ ਨਹੀਂ ਸੀ। ਜਿਵੇਂ ਹੀ ਉਹ ਬਾਹਰ ਪਹੁੰਚੀ, ਘੜੀ ਵਿੱਚ 12 ਵੱਜ ਗਏ ਅਤੇ ਫਿਰ ਤੋਂ ਸਭ ਕੁਝ ਉਵੇਂ ਹੀ ਹੋ ਗਿਆ ਜਿਵੇਂ ਪਹਿਲਾਂ ਸੀ। ਜਦ ਰਾਜਕੁਮਾਰ ਉਹਦੇ ਪਿੱਛੇ ਭੱਜਿਆ ਤਾਂ ਉਸਨੂੰ ਉਹ ਜੁੱਤੀ ਪੌੜੀਆਂ ਤੇ ਮਿਲੀ। ਲੱਭੋ ਕਿ ਇਸ ਜੁੱਤੀ ਦੀ ਮਾਲਕਣ ਕੌਣ ਹੈ, ਫਿਰ ਭਾਵੇਂ ਰਾਜ ਦੀ ਹਰੇਕ ਕੁੜੀ ਨੂੰ ਮਿਲਣਾ ਪਵੇ, ਉਸ ਨੂੰ ਲੱਭ ਕੇ ਲਿਆਓ। ਸਿੰਡਰੇਲਾ ਸਾਹ ਚੜੇ ਹੋਏ ਘਰ ਪਹੁੰਚੀ ਤੇ ਸਿੱਧੀ ਬਾਲਕਨੀ ਵਿੱਚ ਗਈ। ਉਹ ਰਾਜਕੁਮਾਰ ਦੇ ਨਾਲ ਗੁਜ਼ਾਰੇ ਗਏ ਸਮੇਂ ਬਾਰੇ ਸੋਚਣ ਲੱਗੀ। ਉਸਨੂੰ ਪਤਾ ਸੀ ਕਿ ਉਹਦੇ ਕੋਲ ਕੋਈ ਮੌਕਾ ਨਹੀਂ ਹੈ, ਪਰ ਫਿਰ ਵੀ ਉਸਨੂੰ ਰਾਜਕੁਮਾਰ ਨਾਲ ਪਿਆਰ ਹੋ ਗਿਆ ਸੀ। ਰਾਜਕੁਮਾਰ ਦੇ ਲਈ ਉਸ ਕੁੜੀ ਨੂੰ ਲੱਭਣਾ ਨਾਮੁਮਕਿਨ ਸੀ ਤੇ ਜੇ ਉਹ ਲੱਭ ਵੀ ਲੈਂਦਾ ਤਾਂ ਵੀ ਪਛਾਣ ਨਹੀਂ ਸਕਣਾ ਸੀ। ਰਾਜਕੁਮਾਰ ਦੇ ਆਦਮੀ ਰਾਜ ਦੇ ਘਰ ਘਰ ਜਾ ਕੇ ਉਸ ਜੁੱਤੀ ਦੀ ਮਾਲਕਣ ਨੂੰ ਲੱਭਣ ਲੱਗੇ, ਪਰ ਉਹ ਜੁੱਤੀ ਕਿਸੇ ਵੀ ਕੁੜੀ ਦੇ ਪੈਰ ਵਿੱਚ ਫਿੱਟ ਨਹੀਂ ਆ ਰਹੀ ਸੀ। ਆਖਰ ਵਿੱਚ ਰਾਜਕੁਮਾਰ ਦੇ ਆਦਮੀ ਸਿੰਡਰੇਲਾ ਦੇ ਘਰ ਪਹੁੰਚੇ। ਸਿੰਡਰੇਲਾ ਰਾਜਕੁਮਾਰ ਦੀ ਗੱਡੀ ਨੂੰ ਘਰ ਦੇ ਸਾਹਮਣੇ ਵੇਖ ਕੇ ਬਹੁਤ ਖੁਸ਼ ਹੋਈ। ਜਿਵੇਂ ਹੀ ਸਿੰਡਰੇਲਾ ਕਮਰੇ ਤੋਂ ਬਾਹਰ ਜਾਣ ਲੱਗੀ, ਉਸਦੀ ਮਤਰੇਈ ਮਾਂ ਉਹਨੂੰ ਦਰਵਾਜ਼ੇ ਤੇ ਖੜੀ ਨਜ਼ਰ ਆਈ। ਤੂੰ ਕਿੱਥੇ ਚੱਲ ਪਈ? ਤੂੰ ਵੀ ਜੁੱਤਾ ਪਾ ਕੇ ਵੇਖੇਂਗੀ ਕੀ? ਤਾਨਾ ਮਾਰਦੇ ਹੋਏ ਹੱਸਦੇ ਹੋਏ ਮਤਰੇਈ ਮਾਂ ਨੇ ਬਾਲਕਨੀ ਦਾ ਦਰਵਾਜ਼ਾ ਬੰਦ ਕਰ ਦਿੱਤਾ। ਨਹੀਂ, ਕਿਰਪਾ ਕਰਕੇ ਦਰਵਾਜ਼ਾ ਖੋਲੋ, ਕਿਰਪਾ ਕਰਕੇ। ਮੈਨੂੰ ਤਾਂ ਤੇਰੇ ਤੇ ਹਾਸਾ ਆ ਰਿਹਾ। ਰਾਜਕੁਮਾਰ ਤੇ ਤੇਰੇ ਵਿੱਚ ਕੀ ਮੁਕਾਬਲਾ? ਆਦਮੀ ਨੇ ਪਹਿਲਾਂ ਪਤਲੀ ਭੈਣ ਨੂੰ ਜੁੱਤੀ ਪਵਾਈ, ਪਰ ਉਹ ਉਹਦੇ ਪੈਰਾਂ ਦੇ ਲਈ ਬਹੁਤ ਛੋਟੀ ਸੀ। ਵੇਖੋ, ਇਹ ਮੇਰੇ ਪੈਰ ਵਿੱਚ ਕਿੰਨੀ ਚੰਗੀ ਤਰ੍ਹਾਂ ਨਾਲ ਆ ਗਈ ਹੈ। ਫਿਰ ਮੋਟੀ ਭੈਣ ਨੇ ਕੋਸ਼ਿਸ਼ ਕੀਤੀ, ਪਰ ਜੁੱਤੀ ਉਹਦੇ ਪੈਰਾਂ ਵਿੱਚ ਵੀ ਪੂਰੀ ਨਹੀਂ ਆ ਰਹੀ ਸੀ। ਸ਼ਾਇਦ ਸਾਨੂੰ ਦੂਜੇ ਪੈਰ ਵਿੱਚ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਨਾਕਾਮ ਰਹੀਆਂ। ਸਿੰਡਰੇਲਾ ਨੇ ਖਿੜਕੀ ਵੱਲ ਦੌੜਨ ਦੀ ਆਖਰੀ ਕੋਸ਼ਿਸ਼ ਕੀਤੀ, ਪਰ ਖਿੜਕੀ ਬਹੁਤ ਉੱਪਰ ਸੀ। ਉਹ ਰੋਣ ਲੱਗੀ। ਉਹਨੂੰ ਰੋਂਦਾ ਵੇਖ ਕੇ ਉਹਦੇ ਚੂਹੇ ਦੋਸਤ ਉਹਦੇ ਕੋਲ ਆਏ। ਮੇਰੀ ਮਤਰੇਈ ਮਾਂ ਨੇ ਮੈਨੂੰ ਬੰਦ ਕਰ ਰੱਖਿਆ, ਚਾਬੀ ਉਸੇ ਦੇ ਕੋਲ ਹੋਵੇਗੀ। ਚੂਹਾ ਦਰਵਾਜ਼ੇ ਦੇ ਥਲਿਓਂ ਫਿਸਲ ਕੇ ਬਾਹਰ ਗਿਆ। ਮਤਰੇਈ ਮਾਂ ਦਰਵਾਜ਼ੇ ਤੇ ਰਾਜਕੁਮਾਰ ਦੇ ਆਦਮੀਆਂ ਦੇ ਨਾਲ ਖੜੀ ਹੋਈ ਸੀ। ਤੁਸੀਂ ਕੱਲ ਕਿਉਂ ਨਹੀਂ ਆ ਜਾਂਦੇ? ਅੱਜ ਉਹ ਬਹੁਤ ਥੱਕੀ ਹੋਈ ਹੈ ਤੇ ਉਹਦੇ ਪੈਰਾਂ ਵਿੱਚ ਵੀ ਸੋਜਸ਼ ਹੈ। ਚੂਹੇ ਨੇ ਮਤਰੇਈ ਮਾਂ ਦੀ ਸਕਰਟ ਤੋਂ ਖੁਦ ਦੀ ਚਾਬੀ ਕੱਢ ਲਈ ਤੇ ਉੱਪਰ ਵੱਲ ਦੀ ਦੌੜਿਆ। ਉਹਨੇ ਚਾਬੀ ਦਰਵਾਜ਼ੇ ਦੇ ਥੱਲਿਓਂ ਸਰਕਾਈ। ਚਾਬੀ ਵੇਖ ਕੇ ਸਿੰਡਰੇਲਾ ਬਹੁਤ ਖੁਸ਼ ਹੋਈ। ਦਰਵਾਜ਼ਾ ਖੋਲ ਕੇ ਉਹ ਛੇਤੀ ਨਾਲ ਥੱਲੇ ਵੱਲ ਭੱਜੀ। ਓਏ, ਤੂੰ ਬਾਹਰ ਕਿਵੇਂ ਨਿਕਲ ਆਈ? ਕਿਰਪਾ ਕਰਕੇ ਰੁਕ ਜਾਓ, ਜਾਓ ਨਾ, ਮੈਂ ਵੀ ਜੁੱਤੀ ਪਾ ਕੇ ਵੇਖਣੀ ਹੈ। ਮਤਰੇਈ ਮਾਂ ਤੇ ਭੈਣਾਂ ਨੇ ਇਹ ਸੁਣ ਕੇ ਜ਼ੋਰ-ਜ਼ੋਰ ਨਾਲ ਹੱਸਣਾ ਸ਼ੁਰੂ ਕਰ ਦਿੱਤਾ। ਸ਼ਾਂਤ ਹੋ ਜਾਓ।
ਇਹ ਰਾਜਕੁਮਾਰ ਦਾ ਹੁਕਮ ਹੈ ਕਿ ਰਾਜ ਦੀ ਹਰ ਇੱਕ ਕੁੜੀ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਦੋਂ ਸਿੰਡਰੇਲਾ ਨੇ ਜੁੱਤੀ ਪਾਈ, ਸਾਰੇ ਵੇਖ ਕੇ ਹੈਰਾਨ ਰਹਿ ਗਏ, ਕਿਉਂਕਿ ਉਹ ਜੁੱਤੀ ਉਹਦੇ ਪੈਰਾਂ ਵਿੱਚ ਚੰਗੀ ਤਰ੍ਹਾਂ ਨਾਲ ਫਿੱਟ ਆ ਗਈ ਸੀ। ਸੁੰਦਰ ਕੁੜੀਏ, ਕੀ ਇਹ ਜੁੱਤੀ ਤੇਰੀ ਹੈ? ਸਿੰਡਰੇਲਾ ਨੇ ਗਰਦਨ ਹਿਲਾ ਕੇ ਹਾਮੀ ਭਰੀ। ਕਿਰਪਾ ਕਰਕੇ ਸਾਡੇ ਨਾਲ ਮਹਿਲ ਚੱਲੋ। ਸਿੰਡਰੇਲਾ ਉਹਨਾਂ ਦੇ ਨਾਲ ਮਹਿਲ ਵਿੱਚ ਗਈ ਅਤੇ ਉਹਨਾਂ ਨੇ ਉਸ ਨੂੰ ਰਾਜਕੁਮਾਰ ਦੇ ਸਾਹਮਣੇ ਪੇਸ਼ ਕੀਤਾ। ਜਿਵੇਂ ਹੀ ਰਾਜਕੁਮਾਰ ਨੇ ਸਿੰਡਰੇਲਾ ਦੀ ਅੱਖਾਂ ਵਿੱਚ ਵੇਖਿਆ, ਉਹ ਜਾਣ ਗਿਆ ਕਿ ਉਸ ਰਾਤ ਉਸਨੇ ਉਸੇ ਦੇ ਨਾਲ ਨ੍ਰਿਤ ਕੀਤਾ ਸੀ। ਉਸਨੇ ਸਿੰਡਰੇਲਾ ਦਾ ਹੱਥ ਫੜਿਆ। ਆਖਿਰ ਮੈਂ ਤੈਨੂੰ ਲੱਭੇ ਲਿਆ। ਕੀ ਤੂੰ ਮੇਰੇ ਨਾਲ ਵਿਆਹ ਕਰੇਂਗੀ? ਖੁਸ਼ੀ ਦੇ ਹੰਝੂ ਭਰੀਆਂ ਅੱਖਾਂ ਨਾਲ ਉਹਨੇ ਰਾਜਕੁਮਾਰ ਦਾ ਪ੍ਰਸਤਾਵ ਸਵੀਕਾਰ ਕਰ ਲਿਆ। ਉਹਨਾਂ ਨੇ ਵਿਆਹ ਕੀਤਾ ਤੇ ਖੁਸ਼ੀ ਨਾਲ ਜੀਵਨ ਬਿਤਾਉਣ ਲੱਗੇ। ਕਈ ਸਾਲ ਪਹਿਲਾਂ ਦੂਰ ਇੱਕ ਧਰਤੀ ਤੇ ਇੱਕ ਰਾਜਕੁਮਾਰ ਰਹਿੰਦਾ ਸੀ। ਹੁਣ ਰਾਜਕੁਮਾਰ ਵਿਆਹ ਦੇ ਲਾਇਕ ਹੋ ਚੁੱਕਿਆ ਸੀ, ਪਰ ਬਦਕਿਸਮਤੀ ਨਾਲ ਉਸ ਦੇ ਲਈ ਕਿਧਰੇ ਵੀ ਰਾਜਕੁਮਾਰੀ ਨਹੀਂ ਲੱਭ ਰਹੀ ਸੀ। ਆਪਣੀ ਰਾਜਕੁਮਾਰੀ ਨੂੰ ਲੱਭਣ ਦੇ ਲਈ ਉਹਨੇ ਪੂਰੀ ਦੁਨੀਆ ਦੀ ਯਾਤਰਾ ਕੀਤੀ। ਪੜੋਸ ਦੇ ਮੁਲਕ ਦੀ ਵੀ ਸਾਰੀਆਂ ਰਾਜਕੁਮਾਰੀਆਂ ਨੇ ਰਾਜਕੁਮਾਰ ਨੂੰ ਮਿਲਣ ਦੇ ਲਈ ਰਾਜ ਮਹਿਲ ਦਾ ਦੌਰਾ ਕੀਤਾ, ਪਰ ਰਾਜਕੁਮਾਰ ਨੂੰ ਸਹੀ ਰਾਜਕੁਮਾਰੀ ਚੁਣਨ ਦਾ ਪ੍ਰਯਾਸ ਕਰਨ ਵਿੱਚ ਮੁਸ਼ਕਲ ਹੋ ਰਹੀ ਸੀ। ਉਸ ਦੇ ਪਿਤਾ ਰਾਜਾ ਚਾਹੁੰਦੇ ਸੀ ਕਿ ਉਹਨਾਂ ਦੇ ਬੇਟੇ ਨੂੰ ਅਸਲੀ ਰਾਜਕੁਮਾਰੀ ਮਿਲ ਜਾਵੇ। ਇੰਨੇ ਸਾਲ ਕੋਸ਼ਿਸ਼ ਕਰਨ ਦੇ ਬਾਅਦ ਉਹਨੇ ਸਹੀ ਰਾਜਕੁਮਾਰੀ ਨੂੰ ਪਾਉਣ ਦੀ ਪੂਰੀ ਉਮੀਦ ਖੋ ਦਿੱਤੀ ਸੀ। ਦੁਖਦ, ਨਿਰਾਸ਼ਾਜਨਕ ਅਤੇ ਗਹਿਰੇ ਵਿਚਾਰਾਂ ਦੇ ਰਾਜਕੁਮਾਰ ਨੇ ਆਪਣਾ ਜੀਵਨ ਜੀਣਾ ਜਾਰੀ ਰੱਖਿਆ। ਰਾਜਾ ਤੇ ਰਾਣੀ ਅਸਲ ਵਿੱਚ ਉਹਦੀ ਹਾਲਤ ਨੂੰ ਵੇਖ ਕੇ ਬਹੁਤ ਦੁਖੀ ਸੀ। ਇੱਕ ਹੋਰ ਦੁਖੀ ਰਾਤ ਸੀ ਜਦੋਂ ਉਹ ਸੋਚ ਰਹੇ ਸੀ ਕਿ ਅਚਾਨਕ ਇੱਕ ਵੱਡਾ ਤੂਫਾਨ ਸ਼ੁਰੂ ਹੋ ਗਿਆ। ਜ਼ੋਰਦਾਰ ਬਾਰਿਸ਼ ਹੋਣ ਲੱਗ ਪਈ, ਬਿਜਲੀ ਚਮਕ ਰਹੀ ਸੀ ਅਤੇ ਬੱਦਲਾਂ ਦੀ ਗੜਗੜ ਦੀ ਆਵਾਜ਼ ਮਹਿਲ ਵਿੱਚ ਗੂੰਜਣ ਲੱਗ ਪਈ। ਰਾਜਕੁਮਾਰ ਸੌਣ ਦੀ ਕੋਸ਼ਿਸ਼ ਕਰਨ ਵਿੱਚ ਮੁਸ਼ਕਲ ਮਹਿਸੂਸ ਕਰ ਰਿਹਾ ਸੀ, ਕਿਉਂਕਿ ਉਸ ਨੂੰ ਆਪਣੀ ਖਿੜਕੀ ਤੋਂ ਕੜਕਦੀ ਬਿਜਲੀ ਨਜ਼ਰ ਆ ਰਹੀ ਸੀ ਅਤੇ ਦੂਜੇ ਪਾਸੇ ਉਹ ਆਪਣੇ ਭਵਿੱਖ ਦੀ ਰਾਜਕੁਮਾਰੀ ਦੇ ਬਾਰੇ ਸੋਚ ਰਿਹਾ ਸੀ। ਮਹਿਲ ਵਿੱਚ ਸਾਰੀਆਂ ਆਵਾਜ਼ਾਂ ਦੇ ਸ਼ੋਰ ਵਿੱਚ ਇੱਕ ਨੌਕਰ ਨੇ ਮਹਿਸੂਸ ਕੀਤਾ ਕਿ ਕੋਈ ਦਰਵਾਜ਼ਾ ਖੜਕਾ ਰਿਹਾ ਹੈ। ਉਹਨੇ ਦਰਵਾਜ਼ਾ ਖੋਲ੍ਹਿਆ ਤਾਂ ਵੇਖਿਆ ਕਿ ਬਾਰਿਸ਼ ਵਿੱਚ ਭਿੱਜੀ ਹੋਈ ਇੱਕ ਕੁੜੀ ਕੰਬਦੀ ਹੋਈ ਖੜੀ ਸੀ। ਪੂਰੇ ਰਾਜ ਵਿੱਚ ਗਰੀਬ ਜਵਾਨ ਕੁੜੀਆਂ ਵਿੱਚੋਂ ਉਹ ਹਾਲੇ ਵੀ ਬਹੁਤ ਸੋਹਣੀ ਤੇ ਨਾਜ਼ੁਕ ਲੱਗ ਰਹੀ ਸੀ। ਬੜੀ ਮੁਸ਼ਕਲ ਨਾਲ ਉਹਨੇ ਗੱਲ ਕੀਤੀ, ਕੀ ਤੁਸੀਂ ਮੈਨੂੰ ਕਿਰਪਾ ਕਰਕੇ ਅੰਦਰ ਆਣ ਦਿਓਗੇ? ਮੈਂ ਇਕੱਲੀ ਆ। ਨੌਕਰ ਨੂੰ ਉਸ ਤੇ ਦਇਆ ਆ ਗਈ ਅਤੇ ਉਸਨੇ ਉਸੇ ਵੇਲੇ ਰਾਜਾ ਰਾਣੀ ਨੂੰ ਖਬਰ ਕੀਤੀ। ਅਸੀਂ ਇਸ ਵੇਲੇ ਕਿਸੇ ਫਰਿਆਦੀ ਨੂੰ ਅੰਦਰ ਆਉਣ ਤੋਂ ਮਨਾ ਨਹੀਂ ਕਰ ਸਕਦੇ। ਉਸ ਨੂੰ ਅੰਦਰ ਲਿਆਓ। ਰਾਜਾ ਨੇ ਉਸੇ ਵੇਲੇ ਪਹਿਰੇਦਾਰ ਨੂੰ ਇਸ ਬਾਰੇ ਸੂਚਨਾ ਦਿੱਤੀ ਅਤੇ ਹੁਕਮ ਦਿੱਤਾ। ਗਾਰਡ ਨੇ ਕੁੜੀ ਨੂੰ ਅੰਦਰ ਬੁਲਾਇਆ ਅਤੇ ਹਾਲ ਕਮਰੇ ਵਿੱਚ ਚਿਮਨੀ ਦੇ ਸਾਹਮਣੇ ਬਿਠਾ ਦਿੱਤਾ। ਕੁੜੀ ਦੇ ਭਿੱਜੇ ਕੱਪੜੇ ਵੇਖ ਕੇ ਰਾਣੀ ਨੇ ਨੌਕਰ ਨੂੰ ਹੁਕਮ ਦਿੱਤਾ ਕਿ ਉਹ ਕੁੜੀ ਦੇ ਲਈ ਸੋਹਣੇ ਕੱਪੜੇ ਲੈ ਆਵੇ। ਰਾਣੀ ਨੇ ਕੁੜੀ ਤੋਂ ਇਕੱਲੇ ਵਿੱਚ ਪੁੱਛਿਆ, ਅਜਿਹੇ ਮੌਸਮ ਵਿੱਚ ਰਾਤ ਦੇ ਵੇਲੇ ਕੀ ਮੈਂ ਪੁੱਛ ਸਕਦੀ ਹਾਂ ਕਿ ਤੂੰ ਕੀ ਲੱਭ ਰਹੀ ਸੀ? ਮੈਂ ਇੱਕ ਦੂਰ ਦੇਸ਼ ਦੀ ਰਾਜਕੁਮਾਰੀ ਹਾਂ। ਮੇਰੇ ਮਹਿਲ ਤੇ ਸਾਡੇ ਦੁਸ਼ਮਣਾਂ ਨੇ ਹਮਲਾ ਕੀਤਾ ਹੈ। ਮੈਨੂੰ ਬਚਾਉਣ ਦੇ ਲਈ ਮੇਰੇ ਮਾਪਿਓ ਨੇ ਮੈਨੂੰ ਗੁਪਤ ਰੂਪ ਦੇ 2 ਸੈਨਿਕਾਂ ਦੇ ਨਾਲ ਭੇਜ ਦਿੱਤਾ, ਪਰ ਅੱਧੀ ਰਾਤ ਦੇ ਬਾਅਦ ਤੂਫਾਨ ਦੇ ਕਰਕੇ ਅਸੀਂ ਇੱਕ ਦੂਜੇ ਤੋਂ ਅਲੱਗ ਹੋ ਗਏ ਤੇ ਮੈਂ ਇੱਥੇ ਆ ਗਈ। ਮੈਨੂੰ ਅੰਦਰ ਆਉਣ ਦੇਣ ਦੇ ਲਈ ਧੰਨਵਾਦ। ਰਾਣੀ ਦੇ ਲਈ ਯਕੀਨ ਕਰਨਾ ਔਖਾ ਹੋ ਗਿਆ ਸੀ, ਪਰ ਉਸ ਤੋਂ ਵੀ ਜ਼ਿਆਦਾ ਔਖਾ ਸੀ ਉਹਨੂੰ ਮਹਿਲ ਤੋਂ ਬਾਹਰ ਭੇਜਣਾ।
ਰਾਜਕੁਮਾਰ ਇਹ ਜਾਣਨ ਦੇ ਲਈ ਉਤਾਵਲਾ ਸੀ ਕਿ ਇਹ ਰਹੱਸਮਈ ਕੁੜੀ ਕੌਣ ਹੈ। ਉਹ ਉਸ ਨਾਲ ਮਿਲਣਾ ਚਾਹੁੰਦਾ ਸੀ। ਉਸ ਵੇਲੇ ਕੁੜੀ ਨੇ ਰਾਣੀ ਦੇ ਦਿੱਤੇ ਹੋਏ ਕੱਪੜੇ ਪਾਏ ਸੀ। ਉਹਦੇ ਵਾਲ ਵੀ ਹੁਣ ਸੁੱਕ ਗਏ ਸੀ ਤੇ ਹੁਣ ਉਹਨੂੰ ਜ਼ਰਾ ਚੰਗਾ ਲੱਗ ਰਿਹਾ ਸੀ। ਹੁਣ ਉਹ ਹੋਰ ਵੀ ਸੋਹਣੀ ਤੇ ਪਿਆਰੀ ਲੱਗ ਰਹੀ ਸੀ। ਜਿਵੇਂ ਹੀ ਰਾਜਕੁਮਾਰ ਕਮਰੇ ਵਿੱਚ ਦਾਖਲ ਹੋਇਆ, ਉਹ ਉਹਦੇ ਰੂਪ ਤੇ ਖੂਬਸੂਰਤੀ ਤੇ ਵਿਸ਼ਵਾਸ ਨਾ ਕਰ ਸਕਿਆ। ਉਹਦੀ ਮੌਜੂਦਗੀ ਤੇ ਉਹ ਮਹਿਲ ਹੋ ਗਿਆ। ਪਰ ਫਿਰ ਵੀ ਉਹ ਇਹ ਜਾਣਨਾ ਚਾਹੁੰਦਾ ਸੀ ਕਿ ਉਹ ਅਸਲ ਵਿੱਚ ਰਾਜਕੁਮਾਰੀ ਹੀ ਸੀ। ਰਾਣੀ ਨੇ ਕਿਹਾ ਕਿ ਉਹ ਹਾਲਾਤ ਨੂੰ ਸੰਭਾਲ ਲਵੇਗੀ ਅਤੇ ਪਤਾ ਲਾਵੇਗੀ ਕਿ ਇਹ ਸੱਚ ਵਿੱਚ ਰਾਜਕੁਮਾਰੀ ਹੈ ਜਾਂ ਨਹੀਂ। ਕਿ ਉਹ ਅਸਲ ਵਿੱਚ ਰਾਜਕੁਮਾਰੀ ਹੈ, ਅਸੀਂ ਅੱਜ ਰਾਤੀ ਪਤਾ ਲਾਵਾਂਗੇ। ਰਾਜਕੁਮਾਰ ਤੇ ਰਾਜਕੁਮਾਰੀ ਨੇ ਦੇਰ ਰਾਤ ਤੱਕ ਗੱਲਾਂ ਕੀਤੀਆਂ। ਰਾਜਕੁਮਾਰ ਉਹਦੇ ਬਾਰੇ ਹੋਰ ਜਾਣਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਬਹੁਤ ਉਤਾਵਲਾ ਸੀ। ਰਾਣੀ ਨੇ ਮਹਿਮਾਨਾਂ ਦਾ ਕਮਰਾ ਰਾਜਕੁਮਾਰੀ ਦੇ ਲਈ ਤਿਆਰ ਕਰਵਾ ਦਿੱਤਾ ਤੇ ਉਸ ਦੇ ਬਿਸਤਰ ਦੇ ਥੱਲੇ ਇੱਕ ਮਟਰ ਰੱਖਿਆ ਅਤੇ ਉਸ ਨੂੰ 7 ਗੱਦਿਆਂ ਨਾਲ ਢੱਕ ਦਿੱਤਾ। ਉਹ ਕੁੜੀ ਉਸ ਰਾਤ ਉਸ ਅਜੀਬ ਬਿਸਤਰ ਤੇ ਸੁੱਤੀ ਜੋ ਉਹਦੇ ਲਈ ਤਿਆਰ ਕੀਤਾ ਗਿਆ ਸੀ। ਦੂਜੀ ਸਵੇਰ ਰਾਣੀ ਨੇ ਉਸ ਕੁੜੀ ਦੇ ਉੱਠਣ ਦਾ ਇੰਤਜ਼ਾਰ ਕੀਤਾ ਅਤੇ ਜਦ ਉਹ ਜਾਗੀ ਤਾਂ ਉਸ ਤੋਂ ਪੁੱਛਿਆ, ਕੱਲ ਰਾਤ ਚੰਗੀ ਨੀਂਦ ਆਈ? ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਤੁਸੀਂ ਮੈਨੂੰ ਆਸਰਾ ਦਿੱਤਾ, ਪਰ ਮੈਨੂੰ ਸੌਣ ਦੀ ਕੋਸ਼ਿਸ਼ ਵਿੱਚ ਬਹੁਤ ਮੁਸ਼ਕਲ ਹੋਈ। ਅੱਛਾ, ਸੱਚੀ? ਕੀ ਮੈਂ ਪੁੱਛ ਸਕਦੀ ਹਾਂ ਕਿਉਂ? ਮੇਰੇ ਸਰੀਰ ਵਿੱਚ ਦਰਦ ਹੈ, ਮੇਰੀ ਪਿੱਠ ਦਰਦ ਕਰ ਰਹੀ ਹੈ। ਇੰਜ ਲੱਗਦਾ ਹੈ ਜਿਵੇਂ ਪੂਰੀ ਰਾਤ ਮੈਂ ਕਿਸੇ ਸਖਤ ਚੀਜ਼ ਤੇ ਸੁੱਤੀ ਸੀ। ਰਾਣੀ ਨੂੰ ਇਸੇ ਜਵਾਬ ਦਾ ਇੰਤਜ਼ਾਰ ਸੀ। ਉਸ ਨੂੰ ਪਤਾ ਸੀ ਕਿ ਸਿਰਫ ਇੱਕ ਰਾਜਕੁਮਾਰੀ ਹੀ ਗੱਦੇ ਦੀ 7 ਪਰਤਾਂ ਵਿੱਚ ਢੱਕੇ ਬਿਸਤਰ ਦੇ ਅੰਦਰ ਅਜਿਹੀ ਬੇਆਰਾਮੀ ਮਹਿਸੂਸ ਕਰ ਸਕਦੀ ਹੈ। ਉਹ ਰਾਜਕੁਮਾਰ ਦੇ ਕੋਲ ਗਈ ਅਤੇ ਜੋ ਕੁਝ ਹੋਇਆ ਉਹਨੂੰ ਦੱਸਿਆ। ਇਹ ਸਭ ਸੁਣ ਕੇ ਅਤੇ ਆਖਰਕਾਰ ਇਹ ਜਾਣ ਕੇ ਕਿ ਉਹ ਇੱਕ ਅਸਲੀ ਰਾਜਕੁਮਾਰੀ ਹੈ, ਰਾਜਕੁਮਾਰ ਆਪਣੀ ਖੁਸ਼ੀ ਲੁਕੋ ਨਹੀਂ ਸਕਿਆ। ਰਾਜਕੁਮਾਰ ਨੇ ਰਾਜਾ ਨੂੰ ਕਿਹਾ ਕਿ ਉਹ ਰਾਜਕੁਮਾਰੀ ਨਾਲ ਵਿਆਹ ਕਰਨਾ ਚਾਹੁੰਦਾ ਹੈ ਅਤੇ ਰਾਜਾ ਨੇ ਉਹਦੀ ਇੱਛਾ ਮੰਨ ਲਈ। ਰਾਜਕੁਮਾਰ ਨੇ ਕਿਹਾ ਕਿ ਜਦ ਤੱਕ ਉਹਦੇ ਰਾਜ ਵਿੱਚ ਯੁੱਧ ਖਤਮ ਨਾ ਹੋ ਜਾਵੇ, ਉਹ ਉਹਨਾਂ ਦੇ ਮਹਿਲ ਵਿੱਚ ਰਹਿ ਸਕਦੀ ਹੈ ਤੇ ਉਹਨਾਂ ਨੇ ਉਹਨਾਂ ਦੇ ਦੇਸ਼ ਨੂੰ ਬਚਾਉਣ ਵਿੱਚ ਮਦਦ ਦੇ ਲਈ ਆਪਣੀ ਸੈਨਾ ਵੀ ਭੇਜ ਦਿੱਤੀ। ਅਤੇ ਛੇਤੀ ਰਾਜਕੁਮਾਰ ਨੇ ਰਾਜਕੁਮਾਰੀ ਦੇ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ। ਕੀ ਤੂੰ ਮੇਰੇ ਨਾਲ ਵਿਆਹ ਕਰੇਂਗੀ ਰਾਜਕੁਮਾਰੀ? ਉਸ ਰਾਤ ਰਾਜਕੁਮਾਰ ਨੇ ਮਟਰ ਨੂੰ ਇੱਕ ਕੱਚ ਦੀ ਡਿੱਬੀ ਵਿੱਚ ਰੱਖਿਆ ਅਤੇ ਪੱਕਾ ਕੀਤਾ ਕਿ ਇਹ ਮਹਿਲ ਦੇ ਸਭ ਤੋਂ ਚੰਗੇ ਕੋਨੇ ਵਿੱਚ ਰੱਖਿਆ ਜਾਏ। ਕਈ ਸਾਲਾਂ ਤੱਕ ਜਿਨ੍ਹਾਂ ਨੂੰ ਪਿਆਰ ਤੇ ਯਕੀਨ ਸੀ, ਅਜਿਹੇ ਲੋਕ ਇਸ ਮਟਰ ਨੂੰ ਵੇਖਣ ਆਉਂਦੇ ਸੀ। ਰਾਜਕੁਮਾਰ ਤੇ ਰਾਜਕੁਮਾਰੀ ਦੀ ਇਹ ਕਹਾਣੀ ਕਈ ਸਾਲਾਂ ਤੋਂ ਸੁਣਾਈ ਜਾ ਰਹੀ ਹੈ। ਇੱਕ ਸਮੇਂ ਦੀ ਗੱਲ ਹੈ, ਇੱਕ ਪਤੀ ਤੇ ਪਤਨੀ ਦਾ ਜੋੜਾ ਸੀ। ਉਹਨਾਂ ਦੇ ਕੋਈ ਜਵਾਕ ਨਹੀਂ ਸੀ, ਪਰ ਉਹਨਾਂ ਨੂੰ ਇੱਕ ਬੇਟੀ ਦੀ ਬੜੀ ਇੱਛਾ ਸੀ। ਕੁਝ ਦਿਨਾਂ ਬਾਅਦ ਉਹਨਾਂ ਨੂੰ ਜਵਾਕ ਹੋਣ ਵਾਲਾ ਸੀ। ਇੱਕ ਦਿਨ ਉਹਨਾਂ ਨੂੰ ਬਾਰੀ ਦੇ ਬਾਹਰ ਇੱਕ ਲੈਟਿਊਸ ਗਾਰਡਨ ਦਿਖਿਆ। ਉਦੋਂ ਤੋਂ ਉਹਨੂੰ ਉੱਥੋਂ ਲੈਟਿਊਸ ਖਾਣ ਦੀ ਇੱਛਾ ਹੋਈ। ਪਤਾ ਨਹੀਂ ਕਦੋਂ ਮੈਂ ਉਹ ਲੈਟਿਊਸ ਖਾ ਪਾਵਾਂਗੀ। ਉਹਨਾਂ ਦੀ ਭੁੱਖ ਘੱਟ ਹੋਣ ਲੱਗੀ ਅਤੇ ਤਬੀਅਤ ਵੀ ਖਰਾਬ ਰਹਿਣ ਲੱਗੀ। ਇੱਕ ਦਿਨ ਉਹਨਾਂ ਦੇ ਪਤੀ ਨੂੰ ਬੜੀ ਫਿਕਰ ਹੋਈ ਅਤੇ ਉਹਨਾਂ ਨੇ ਵਾਅਦਾ ਕੀਤਾ ਕਿ ਉਹ ਉਹਦੇ ਲਈ ਮੁੱਠੀ ਭਰ ਲੈਟਿਊਸ ਲੈ ਕੇ ਆਵੇਗਾ। ਤੂੰ ਫਿਕਰ ਨਾ ਕਰ, ਮੈਂ ਤੇਰੇ ਲਈ ਲੈਟਸ ਲੈ ਆਵਾਂਗਾ। ਪਰ ਉਹਦੇ ਵਿੱਚ ਬਹੁਤ ਖਤਰਾ ਹੈ। ਉਹ ਘਰ ਸੀ ਇੱਕ ਡਾਇਨ ਦਾ ਅਤੇ ਉਹਦੇ ਚਾਰੋਂ ਪਾਸੇ ਉੱਚੀਆਂ ਕੰਧਾਂ ਸੀ ਜਿਹਦੇ ਉੱਤੇ ਚੜ੍ਹਨ ਦੀ ਕੋਈ ਸੋਚਦਾ ਵੀ ਨਹੀਂ ਸੀ। ਉਹ ਪੂਰਾ ਜ਼ੋਰ ਲਾ ਕੇ ਉਸ ਕੰਧ ਤੇ ਚੜ੍ਹਿਆ। ਗਾਰਡਨ ਵਿੱਚ ਗਏ ਅਤੇ ਉਹਨਾਂ ਨੇ ਮੁੱਠੀ ਭਰ ਕੇ ਲੈਟਿਊਸ ਕੱਢਿਆ। ਉਹਨਾਂ ਦੀ ਪਤਨੀ ਨੇ
ਬੜੇ ਚਾਅ ਨਾਲ ਲੈਟਿਊਸ ਖਾਧਾ ਅਤੇ ਚੰਗਾ ਮਹਿਸੂਸ ਕਰਨ ਲੱਗੀ। ਪਰ ਇੱਕ ਮੁੱਠੀ ਲੈਟਿਊਸ ਨਾਲ ਉਹਦਾ ਜੀ ਨਹੀਂ ਭਰਿਆ। ਅਗਲੇ ਦਿਨ ਉਹਨਾਂ ਦੇ ਪਤੀ ਫੇਰ ਉਸ ਗਾਰਡਨ ਵਿੱਚ ਆਏ, ਪਰ ਇਸ ਵਾਰੀ ਉਹ ਡਾਇਨ ਉੱਥੇ ਹੀ ਖੜੀ ਸੀ। ਐਨੀ ਹਿੰਮਤ ਕਿ ਮੇਰੇ ਗਾਰਡਨ ਵਿੱਚ ਆ ਕੇ ਮੇਰੇ ਲੈਟਿਊਸ ਚੋਰੀ ਕਰਦੇ ਹੋ। ਮੇਰੀ ਪਤਨੀ ਪੇਟ ਸੇ ਹੈ ਤੇ ਉਹਨੂੰ ਤੁਹਾਡੇ ਲੈਟਸ ਬਹੁਤ ਪਸੰਦ ਨੇ। ਤੂੰ ਮੈਨੂੰ ਪੁੱਛ ਤਾਂ ਸਕਦਾ ਸੀ। ਅਸੀਂ ਸਾਰੇ ਤੁਹਾਡੇ ਤੋਂ ਡਰਦੇ ਹਾਂ। ਲੱਗਿਆ ਸੀ ਤੁਸੀਂ ਹਾਂ ਨਹੀਂ ਕਹੋਗੇ। ਮੈਨੂੰ ਮਾਫ ਕਰ ਦਿਓ। ਮਾਫ ਕਰ ਦਵਾਂ? ਤੈਨੂੰ ਤਾਂ ਸਜ਼ਾ ਮਿਲੇਗੀ। ਜੇ ਮੇਰੀ ਪਤਨੀ ਨੇ ਲੈਟਸ ਨਹੀਂ ਖਾਧਾ ਤਾਂ ਉਹ ਬਿਮਾਰ ਹੋ ਜਾਵੇਗੀ ਤੇ ਬੱਚੇ ਨੂੰ ਵੀ ਬੜੀ ਪਰੇਸ਼ਾਨੀ ਹੋਵੇਗੀ। ਪਲੀਜ਼। ਫੇਰ ਕਿਉਂ ਨਾ ਇੱਕ ਸੌਦਾ ਕਰੀਏ? ਤੈਨੂੰ ਜਿੰਨਾ ਚਾਹੀਦਾ ਇੱਥੋਂ ਲੈਟਿਊਸ ਲੈ ਜਾ, ਪਰ ਇੱਕ ਸ਼ਰਤ ਤੇ। ਤੁਹਾਡੇ ਬੱਚੇ ਦਾ ਜਨਮ ਹੁੰਦੇ ਹੀ ਮੈਨੂੰ ਦੇ ਦਵੋਗੇ। ਡਰ ਦੇ ਮਾਰੇ ਉਹਨਾਂ ਨੇ ਹਾਂ ਕਹਿ ਦਿੱਤਾ। ਕੁਝ ਦਿਨਾਂ ਬਾਅਦ ਕੁੜੀ ਹੋਈ ਅਤੇ ਡਾਇਨ ਆ ਕੇ ਉਹਨੂੰ ਲੈ ਗਈ। ਉਹਨੇ ਉਹਦਾ ਨਾਮ ਰੱਖਿਆ ਰੈਪੁਨਜ਼ਲ, ਕਿਉਂਕਿ ਜਿਹੜੇ ਲੈਟਿਊਸ ਉਹਦੀ ਮਾਂ ਖਾਂਦੀ ਸੀ ਉਹਨਾਂ ਦਾ ਨਾਮ ਵੀ ਉਹੀ ਸੀ। ਉਸ ਡਾਇਨ ਨੇ ਰੈਪੁਨਜ਼ਲ ਦਾ ਬੜਾ ਖਿਆਲ ਰੱਖਿਆ। 16 ਸਾਲ ਦੀ ਹੁੰਦੇ ਹੁੰਦੇ ਉਹ ਬੜੀ ਸੋਹਣੀ ਹੋ ਚੁੱਕੀ ਸੀ। ਉਹਦਾ ਘਰ ਜੰਗਲ ਦੇ ਵਿੱਚ ਇੱਕ ਬਹੁਤ ਉੱਚੀ ਇਮਾਰਤ ਵਿੱਚ ਸੀ ਅਤੇ ਇਸ ਇਮਾਰਤ ਵਿੱਚ ਪੌੜੀਆਂ ਨਹੀਂ ਸੀ, ਸਿਰਫ ਉੱਪਰ ਇੱਕ ਬਾਰੀ ਸੀ। ਡਾਇਨ ਨੇ ਕਦੇ ਵੀ ਇਸ ਮੁਟਿਆਰ ਦੇ ਵਾਲ ਨਹੀਂ ਕੱਟੇ ਸੀ। ਉਹਨੂੰ ਮਿਲਣ ਆਂਦੀ ਤਾਂ ਥੱਲੇ ਤੋਂ ਆਵਾਜ਼ ਦਿੰਦੀ, ਰੈਪੁਨਜ਼ਲ, 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 ਆਪਣੇ ਸੋਨੇ ਵਰਗੇ ਬਾਲ ਤਾਂ ਥੱਲੇ ਕਰ, ਤੁਹਾਡੀ ਮੰਮੀ ਹਾਂ। ਆਪਣੀ ਬਾਰੀ ਚੋਂ ਰੈਪੁਨਜ਼ਲ ਆਪਣੇ ਸੋਨੇ ਵਰਗੇ ਬਾਲ ਥੱਲੇ ਕੱਢਦੀ ਅਤੇ ਉਸ ਦੇ ਸਹਾਰੇ ਇਹ ਡਾਇਨ ਉੱਪਰ ਚੜ੍ਹ ਜਾਂਦੀ। ਇਹ ਸਾਲਾਂ ਤੱਕ ਚੱਲਦਾ ਰਿਹਾ। ਇੱਕ ਦਿਨ ਉਸ ਜੰਗਲ ਵਿੱਚ ਇੱਕ ਪ੍ਰਿੰਸ ਆਇਆ ਸ਼ਿਕਾਰ ਕਰਨ ਅਤੇ ਉਹਨੇ ਇੱਕ ਸੁਰੀਲੀ ਆਵਾਜ਼ ਨੂੰ ਸੁਣਿਆ, ਗਾਣਾ ਗਾਉਂਦੇ। ਕਿੰਨੀ ਸੁਰੀਲੀ ਆਵਾਜ਼ ਹੈ। ਉਹਨੇ ਸੋਚਿਆ ਅਤੇ ਆਵਾਜ਼ ਵੱਲ ਨੂੰ ਤੁਰ ਪਿਆ। ਰੈਪੁਨਜ਼ਲ ਦੀ ਇਮਾਰਤ ਦੇ ਕੋਲ ਆ ਕੇ ਉਹਨੇ ਖੱਬੇ ਦੇਖਿਆ, ਫਿਰ ਸੱਜੇ, ਪਰ ਕੋਈ ਪੌੜੀ ਵੋੜੀ ਨਜ਼ਰ ਨਹੀਂ ਆਈ। ਉਹ ਆਵਾਜ਼ ਹਰ ਰੋਜ਼ ਪ੍ਰਿੰਸ ਨੂੰ ਉੱਥੇ ਖਿੱਚ ਕੇ ਲੈ ਆਂਦੀ ਸੀ, ਪਰ ਉੱਪਰ ਚੜ੍ਹਨਾ ਨਹੀਂ ਹੋ ਸਕਿਆ। ਇੱਕ ਰਾਤ ਇਮਾਰਤ ਦੇ ਵੱਲ ਜਾਂਦੇ ਹੋਏ ਉਹਨੂੰ ਥੱਲੇ ਡਾਇਨ ਦਿਖੀ। ਰੈਪੁਨਜ਼ਲ, ਰੈਪੁਨਜ਼ਲ, ਆਪਣੇ ਸੋਨੇ ਵਰਗੇ ਬਾਲ ਤਾਂ ਥੱਲੇ ਕਰੋ, ਤੁਹਾਡੀ ਮੰਮੀ ਹਾਂ। ਆਪਣੀ ਬਾਰੀ ਚੋਂ ਰੈਪੁਨਜ਼ਲ ਨੇ ਆਪਣੇ ਸੋਨੇ ਵਰਗੇ ਬਾਲ ਥੱਲੇ ਕੀਤੇ। ਅਗਲੇ ਦਿਨ ਸੂਰਜ ਡੁੱਬਦੇ ਹੀ ਪ੍ਰਿੰਸ ਉੱਥੇ ਗਿਆ ਅਤੇ ਆਵਾਜ਼ ਦੇ ਕੇ ਚਿल्लाया, ਰੈਪੁਨਜ਼ਲ, ਰੈਪੁਨਜ਼ਲ, ਆਪਣੇ ਸੋਨੇ ਵਰਗੇ ਬਾਲ ਥੱਲੇ ਕਰੋ, ਮੈਂ ਤੁਹਾਡੀ ਮੰਮੀ ਹਾਂ। ਆਪਣੀ ਮਾਂ ਤੋਂ ਇਲਾਵਾ
ਪਹਿਲੀ ਵਾਰ ਕਿਸੇ ਮਨੁੱਖ ਨੂੰ ਦੇਖ ਕੇ ਰੈਪੁੰਜ਼ਲ ਥੋੜੀ ਡਰ ਗਈ। ਤੁਸੀਂ ਮੰਮੀ ਨਹੀਂ ਹੋ, ਕਿਉਂ ਆਏ ਹੋ ਇੱਥੇ? ਡਰਨ ਦੀ ਕੋਈ ਗੱਲ ਨਹੀਂ ਹੈ। ਤੁਹਾਡੀ ਆਵਾਜ਼ ਸੁਣ ਕੇ ਤੁਹਾਡੀ ਆਵਾਜ਼ ਨਾਲ ਪਿਆਰ ਹੋ ਗਿਆ ਹੈ। ਆਵਾਜ਼ ਕਿਸ ਦੀ ਹੈ, ਬਸ ਇਹੀ ਵੇਚਣਾ ਹੈ। ਰੈਪੁੰਜ਼ਲ ਨੂੰ ਪ੍ਰਿੰਸ ਦੀਆਂ ਗੱਲਾਂ ਚੰਗੀਆਂ ਲੱਗੀਆਂ ਅਤੇ ਹੁਣ ਉਹਨੂੰ ਡਰ ਨਹੀਂ ਰਿਹਾ। ਕੁਝ ਸਮੇਂ ਤੋਂ ਸਭ ਕੁਝ ਸਹੀ ਚੱਲ ਰਿਹਾ ਸੀ ਅਤੇ ਡਾਇਨ ਨੂੰ ਵੀ ਕੋਈ ਭਣਕ ਨਹੀਂ ਲੱਗੀ। ਇੱਕ ਦਿਨ ਪ੍ਰਿੰਸ ਨੇ ਰੈਪੁੰਜ਼ਲ ਨਾਲ ਵਿਆਹ ਦੀ ਗੱਲ ਕੀਤੀ। ਤੁਸੀਂ ਮੇਰੇ ਨਾਲ ਵਿਆਹ ਕਰੋਗੇ? ਰੈਪੁੰਜ਼ਲ ਨੇ ਖੁਸ਼ੀ-ਖੁਸ਼ੀ ਹਾਂ ਕੀਤੀ, ਪਰ ਰੈਪੁੰਜ਼ਲ ਨੂੰ ਥੱਲੇ ਜਾਣ ਦਾ ਕੋਈ ਤਰੀਕਾ ਨਹੀਂ ਸੂਝ ਰਿਹਾ ਸੀ। ਅਚਾਨਕ ਇੱਕ ਆਈਡੀਆ ਆਇਆ। ਹਰ ਵਾਰੀ ਪ੍ਰਿੰਸ ਕੱਪੜੇ ਦਾ ਇੱਕ ਟੋਟਾ ਲੈ ਕੇ ਆਂਦਾ ਸੀ। ਰੈਪੁੰਜ਼ਲ ਉਹਨਾਂ ਨੂੰ ਜੋੜ ਕੇ ਇੱਕ ਰੱਸੀ ਬਣਾ ਰਹੀ ਸੀ। ਪਰ ਇੱਕ ਦਿਨ ਰੈਪੁੰਜ਼ਲ ਨੇ ਇੱਕ ਗਲਤੀ ਕਰ ਦਿੱਤੀ ਅਤੇ ਉਹਦੇ ਮੂੰਹ ਚੋਂ ਇੱਕ ਗੱਲ ਨਿਕਲ ਗਈ। ਮੰਮੀ, ਤੁਹਾਡੇ ਨਾਲੋਂ ਜ਼ਿਆਦਾ ਛੇਤੀ ਤਾਂ ਪ੍ਰਿੰਸ ਚੜਦਾ ਹੈ। ਪ੍ਰਿੰਸ? ਕੌਣ ਪ੍ਰਿੰਸ? ਕੌਣ ਪ੍ਰਿੰਸ? ਡਾਇਨ ਨੂੰ ਸਮਝ ਆ ਗਿਆ ਕਿ ਕੁਝ ਗੜਬੜ ਹੈ ਅਤੇ ਉਹ ਚਿল্ਲਾਣ ਲੱਗੀ, ਤੂੰ ਮੈਨੂੰ ਧੋਖਾ ਦਿੱਤਾ। ਮੈਂ ਤੈਨੂੰ ਬਾਹਰ ਦੀ ਦੁਨੀਆ ਤੋਂ ਬਚਾਉਣਾ ਚਾਹੁੰਦੀ ਸੀ। ਡਾਇਨ ਨੇ ਗੁੱਸੇ ਦੇ ਮਾਰੇ ਰੈਪੁੰਜ਼ਲ ਦੇ ਸੋਹਣੇ ਵਰਗੇ ਬਾਲ ਕੱਟ ਦਿੱਤੇ। ਅਤੇ ਉਹਨੂੰ ਇੱਕ ਦੂਰ ਦਰਾਜ਼ ਦੇ ਰੇਗਿਸਤਾਨ ਭੇਜ ਦਿੱਤਾ। ਉਸ ਰਾਤ ਡਾਇਨ ਘਰ ਵਿੱਚ ਪ੍ਰਿੰਸ ਦੇ ਆਉਣ ਦੀ ਉਡੀਕ ਕਰ ਰਹੀ ਸੀ। ਥੋੜੀ ਦੇਰ ਵਿੱਚ ਪ੍ਰਿੰਸ ਦੀ ਆਵਾਜ਼ ਆਈ, ਰੈਪੁੰਜ਼ਲ, ਰੈਪੁੰਜ਼ਲ, ਆਪਣੇ ਸੋਨੇ ਵਰਗੇ ਬਾਲ ਤਾਂ ਥੱਲੇ ਕਰੋ, ਤੁਹਾਡਾ ਪ੍ਰਿੰਸ ਹਾਂ। ਡਾਇਨ ਨੇ ਰੈਪੁੰਜ਼ਲ ਦੇ ਬਾਲ ਥੱਲੇ ਕਰ ਦਿੱਤੇ। ਉੱਪਰ ਕੌਣ ਹੈ ਨਾ ਜਾਣਦੇ ਹੋਏ ਪ੍ਰਿੰਸ ਚੜਨ ਲੱਗ ਪਿਆ। ਉਥੇ ਰੈਪੁੰਜ਼ਲ ਨਹੀਂ ਬਲਕਿ ਡਾਇਨ ਦਿਖੀ। ਉਹ ਸਮਝ ਗਿਆ ਕਿ ਕੁਝ ਬੁਰਾ ਹੋਇਆ ਹੈ। ਡਾਇਨ ਉਹਦੇ ਵੱਲ ਆ ਰਹੀ ਸੀ ਕਿ ਪ੍ਰਿੰਸ ਘਬਰਾ ਕੇ ਡਿੱਗ ਪਿਆ। ਹੱਲੇ ਕੁਝ ਬੂਟੇ ਸੀ ਤੇ ਪ੍ਰਿੰਸ ਬਚ ਗਿਆ, ਪਰ ਅੱਖਾਂ ਵਿੱਚ ਕੰਡੇ ਲੱਗਣ ਕਰਕੇ ਉਹ ਦੇਖ ਨਹੀਂ ਪਾ ਰਿਹਾ ਸੀ। ਬਿਨਾਂ ਦੇਖੇ ਪ੍ਰਿੰਸ ਜੰਗਲ ਵਿੱਚ ਘੁੰਮਦਾ ਰਿਹਾ ਸੀ, ਰੈਪੁੰਜ਼ਲ ਨੂੰ ਲੱਭਦੇ ਹੋਏ। ਰਸਤੇ ਵਿੱਚ ਜੋ ਵੀ ਫਲ ਮਿਲੇ ਤੋੜ ਕੇ ਖਾਦੇ। ਤੁਰਦੇ ਤੁਰਦੇ ਇੰਨੀ ਦੂਰ ਗਿਆ ਕਿ ਰੇਗਿਸਤਾਨ ਪਹੁੰਚ ਗਿਆ ਅਤੇ ਅਚਾਨਕ ਕੁਝ ਹੋਇਆ। ਇੱਕ ਸੁਰੀਲੀ ਆਵਾਜ਼ ਸੁਣਾਈ ਦਿੱਤੀ। ਉਹ ਆਵਾਜ਼ ਉਹ ਪਛਾਣਦਾ ਸੀ। ਉਹ ਉਸ ਆਵਾਜ਼ ਵੱਲ ਤੁਰਨ ਲੱਗਿਆ, ਚਿল্ਲਾਉਂਦੇ ਹੋਏ, ਰੈਪੁੰਜ਼ਲ, ਰੈਪੁੰਜ਼ਲ। ਰੈਪੁੰਜ਼ਲ ਨੇ ਪ੍ਰਿੰਸ ਦੀ ਆਵਾਜ਼ ਪਛਾਣ ਲਈ। ਪ੍ਰਿੰਸ, ਤੁਸੀਂ? ਉਹ ਉਹਦੇ ਵੱਲ ਦੌੜ ਪਈ। ਦੋਨੋਂ ਕਿੰਨੇ ਖੁਸ਼ ਹੋਏ। ਮਿਲਦੇ ਹੀ ਦੋਨੋਂ ਗਲੇ ਲੱਗੇ ਅਤੇ ਉਹ ਰੋਣ ਲੱਗ ਪਈ। ਰੈਪੁੰਜ਼ਲ ਦੇ ਹੰਝੂ ਪ੍ਰਿੰਸ ਦੀਆਂ ਅੱਖਾਂ ਉੱਤੇ ਡਿੱਗੇ ਅਤੇ ਅਚਾਨਕ ਇੱਕ ਚਮਤਕਾਰ ਹੋਇਆ ਅਤੇ ਪ੍ਰਿੰਸ ਅੱਖਾਂ ਖੋਲ ਕੇ ਦੇਖਣ ਲੱਗ ਪਿਆ। ਇਹ ਦੇਖ ਕੇ ਰੈਪੁੰਜ਼ਲ ਬਹੁਤ ਖੁਸ਼ ਹੋਈ। ਦੋਨੋਂ ਨਾਲ-ਨਾਲ ਪ੍ਰਿੰਸ ਦੇ ਕਿੰਗਡਮ ਗਏ।
ਜਿੱਥੇ ਲੋਕਾਂ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਦੋਨੋਂ ਹਮੇਸ਼ਾ ਖੁਸ਼ ਰਹੇ।